ਹੈਲੋ एवरीवन ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਜ ਦੀ ਕਲਾਸ। ਅੱਜ ਆਪਾਂ ਕਰਨ ਜਾ ਰਹੇ ਹਾਂ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਦੀ 6ਵੀਂ ਕਲਾਸ ਦੀ ਇੰਗਲਿਸ਼ ਦੀ ਕਿਤਾਬ ਮਾਈ ਇੰਗਲਿਸ਼ ਕੰਪੈਨੀਅਨ ਤੇ ਉਹਦਾ ਅਖੀਰਲਾ ਚੈਪਟਰ ਹੈਗਾ ਲੈਸਨ 12 ਰੋਜ਼ੀਜ਼ ਮੀਟਿੰਗ ਵਿਦ ਨੈਸੀ। ਰੋਜ਼ੀ ਦੀ ਮੁਲਾਕਾਤ ਹੋਈ ਨੈਸੀ ਦੇ ਨਾਲ। ਇਹਨੂੰ ਪੜ੍ਹਦੇ ਹਾਂ। ਪ੍ਰੀ ਰੀਡਿੰਗ ਡਿਕਸ਼ਨਰੀ ਰੈਫਰੈਂਸ ਲਰਨਿੰਗ ਨਿਊ ਵਰਡਸ ਨਵੇਂ ਸ਼ਬਦ ਜਿਹੜੇ ਨੇ ਉਹ ਸਿੱਖਾਂਗੇ। ਐਕਟੀਵਿਟੀ ਦਿੱਤੀ ਹੋਈ ਹੈ look up the following words in a dictionary। ਇਹ ਜਿਹੜੇ ਸ਼ਬਦ ਦਿੱਤੇ ਹੋਏ ਨੇ ਇਹਨਾਂ ਦਾ ਮਤਲਬ ਡਿਕਸ਼ਨਰੀ ਦੇ ਵਿੱਚ ਇੱਕ ਵਾਰ ਲੱਭ ਲਓ। You should seek the following information about the words and put them in your words notebook। ਇਹਨਾਂ ਬਾਰੇ ਇਹ ਸਾਰੀ ਜਾਣਕਾਰੀ ਜਿਹੜੀ ਹੈ ਉਹ ਇਕੱਠੀ ਕਰ ਲਓ ਤੇ ਆਪਣੀ words ਦੀ ਨੋਟਬੁੱਕ ਜਿਹੜੀ ਹੈਗੀ ਹੈ ਜਿਹਦੇ ਵਿੱਚ ਨਵੇਂ ਸ਼ਬਦ ਤੁਸੀਂ ਐਡ ਕਰਦੇ ਹੋ ਉਹਦੇ ਵਿੱਚ ਲਿਖ ਲਓ। ਕਿਹੜੀ-ਕਿਹੜੀ ਜਾਣਕਾਰੀ ਇਕੱਠੀ ਕਰਨੀ ਹੈ। ਫਰਸਟ ਮੀਨਿੰਗ ਆਫ the word as used in the lesson। ਪਾਠ ਵਿੱਚ ਵਰਤੇ ਗਏ ਜਿਹੜੇ ਸ਼ਬਦ ਹੈਗੇ ਨੇ ਇਹਨਾਂ ਦਾ ਅਰਥ ਕੀ ਹੈ कि ये एडजेक्टिव ने, विशेषण ने, नाउन ने, नाम या वर्ब यानी कि क्रिया ने। दूजी गल जिहड़ी पता होनी चाहिए है वो हैगी है प्रोनंसीएशन भी इन्हां दा सही उच्चारण किवें करना है। ते तीजी गल जिहड़ी इन्हां बारे पता होनी चाहिए है वो हैगे ने इन्हां दे स्पैलिंग्स। तो चलो शुरू करते हैं वर्ड्स नूं पढ़ना। रिपल्स रिपल्स की हुंदी है जिवें आपां पानी दे विच पत्थर सिੱਟ दिंदे आ तां लहरां जिहां नहीं बन जांदियां ओनूं आपां रिपल्स कहंदे आ। अगला डेंजरस खतरनाक, रन पास यानी किसी चीज दे कोलों दी लंघ जाना। अगला मर्ज्ड यानी दो चीज़ां ने वो आपस दे विच रल जान ओनू मर्ज्ड कहा जाता है। अगला हर्बीवोर जो बंदा शाकाहारी हुंदा है या जानवर शाकाहारी हुंदा है। अगला क्रीचर जीव, स्कैर्ड डरिया होया, मॉन्स्टर राक्षस। शुरू करते हैं रीडिंग। लेट अस रीड द स्टोरी। कहानी नू पढ़ते हैं। Rosie had come to visit her aunt Tina in Scotland, which is in the north of United Kingdom। रोजी ਜਿਹੜੀ ਹੈਗੀ ਹੈ ਉਹ ਆਪਣੀ ਆਂਟੀ ਨੂੰ, ਆਂਟੀ ਮਤਲਬ ਮਾਸੀ ਵੀ ਹੋ ਸਕਦੀ ਹੈ, ਚਾਚੀ ਵੀ ਹੋ ਸਕਦੀ ਹੈ, ਉਹਨਾਂ ਦਾ ਨਾਮ ਸੀ ਟੀਨਾ। ਉਹਨਾਂ ਨੂੰ ਸਕਾਟਲੈਂਡ ਜਿੱਥੇ ਉਹ ਰਹਿੰਦੇ ਸੀ ਜੋ ਕਿ ਯੂਨਾਈਟਿਡ ਕਿੰਗਡਮ ਦੇ ਨਾਰਥ ਦੇ ਵਿੱਚ ਹੈ। ਨਾਰਥ ਯਾਨੀ ਉਤਲੇ ਹਿੱਸੇ ਦੇ ਵਿੱਚ ਹੈਗਾ, ਉੱਤਰ ਦੇ ਵਿੱਚ ਹੈਗਾ। ਉੱਥੇ ਮਿਲਣ ਦੇ ਲਈ ਆਈ ਸੀ। ਯੂਨਾਈਟਿਡ ਕਿੰਗਡਮ ਯੂਕੇ ਜਿਵੇਂ ਆਪਾਂ ਇੰਗਲੈਂਡ ਕਹਿੰਦੇ ਆ ਨਾ, ਯੂਕੇ ਉਹਦਾ ਹਿੱਸਾ ਹੈਗਾ। ਉਹਦੇ ਵਿੱਚ ਸਕਾਟਲੈਂਡ ਆ ਜਾਂਦਾ ਹੈ। ਜਿਵੇਂ ਭਾਰਤ ਦੇ ਵਿੱਚ ਪੰਜਾਬ ਉਵੇਂ ਯੂਕੇ ਦੇ ਵਿੱਚ ਸਕਾਟਲੈਂਡ, ਠੀਕ ਹੈ। ਉੱਥੇ ਮਿਲਣ ਗਈ ਸੀ। ਹਰ ਆਂਟ ਲਿਵਡ ਨੀਅਰ ਦ ਲੌਚ ਨੈਸ ਇਜ਼ ਅ ਡੀਪ ਲੇਕ। ਤੇ ਉਸਦੀ ਜਿਹੜੀ ਆਂਟੀ ਸੀ ਉਹ ਲੌਚ ਨੈਸ ਦੇ ਕੋਲ ਰਹਿੰਦੀ ਸੀ। ਇਹ ਲੌਚ ਨੈਸ ਇੱਕ ਡੂੰਗੀ ਜੀ ਝੀਲ ਸੀ। रोजी फेल्ट बोर्ड एट हर आंट्स होम। ते रोजी नू अपनी आंटी दे घर काफी बोरियत महसूस हुंदी सी। Aunt Tina, I want to go down to the lake. I am feeling bored, she said। ते उन्हें अपनी आंटी नू कहा भी मैं झील ते जाना चाहती हां। गो डाउन यानी झील ते जाना चाहती हां, भी मैनू इत्थे बोरियत महसूस हो रही है, मैं बोर हो रही हां। Her aunt said, sure Rosie, you may। What will you do there? ਤੇ ਉਹਦੀ ਆਂਟੀ ਕਹਿੰਦੀ ਹੈ ਕਿ ਠੀਕ ਹੈ ਜ਼ਰੂਰ ਰੋਜ਼ੀ, ਤੁਸੀਂ ਜ਼ਰੂਰ ਜਾ ਸਕਦੇ ਹੋ, ਪਰ ਤੁਸੀਂ ਉੱਥੇ ਜਾ ਕੇ ਕਰੋਗੇ ਕੀ? I will throw some stones into the water and watch the ripples, said Rosie। ਤੇ ਰੋਜ਼ੀ ਕਹਿੰਦੀ ਮੈਂ ਉੱਥੇ ਜਾ ਕੇ ਪਾਣੀ ਵਿੱਚ ਕੁਝ ਪੱਥਰ ਜਿਹੜੇ ਨੇ ਉਹ ਸਿੱਟਾਂਗੀ ਤੇ ਫਿਰ ਲਹਿਰਾਂ ਬਣ ਜਾਂਦੀਆਂ ਨੇ, ਉਹਨਾਂ ਨੂੰ ਬੈਠ ਕੇ ਦੇਖਾਂਗੀ। Don't go too near the lake, it is very deep and dangerous, said Aunt Tina। पर ਜਿਹੜੀ ਆਂਟੀ ਹੈ ਉਹ ਕਹਿੰਦੀ ਕਿ ਠੀਕ ਹੈ ਝੀਲ ਦੇ ਨੇੜੇ ਨਾ ਜਾਇਓ ਬਹੁਤਾ, ਬਹੁਤ ਡੂੰਗੀ ਹੈ ਤੇ ਉਹ ਬਹੁਤ ਖਤਰਨਾਕ ਵੀ ਹੈ। Rosie ran out of the door and then to the lake। ਤੇ ਰੋਜ਼ੀ ਭੱਜੀ ਘਰ ਦੇ ਦਰਵਾਜ਼ੇ ਤੋਂ ਬਾਹਰ ਨਿਕਲੀ ਤੇ ਝੀਲ ਵੱਲ ਨੂੰ ਭੱਜ ਗਈ। She ran past a board that read Loch Ness, home of the famous Loch Ness monster। ਤੇ ਉਹ ਜਦ ਭੱਜ ਰਹੀ ਸੀ ਤਾਂ ਉੱਥੇ ਨਾ ਉਹ ਇੱਕ ਬੋਰਡ ਲੱਗਿਆ ਹੋਇਆ ਸੀ, ਜਿਹਦੇ ਝੀਲ ਦੇ ਅੱਗੇ ਹੀ ਬੋਰਡ ਲੱਗਿਆ ਹੋਇਆ ਸੀ। ਉਹਦੇ ਅੱਗੋਂ ਵੀ ਉਹ ਭੱਜ ਗਈ। ਉਹਨੇ ਲਿਖਿਆ ਹੋਇਆ ਜੋ ਸੀ ਉਹ ਪੜਿਆ ਨਹੀਂ, ਉਹਦੇ ਤੇ ਲਿਖਿਆ ਹੋਇਆ ਸੀ ਲੌਚ ਨੈਸ, ਮਸ਼ਹੂਰ ਲੌਚ ਨੈਸ ਮੌਨਸਟਰ ਦਾ ਘਰ। ਰੋਜ਼ੀ read the board and smiled। ਐਕਚੁਅਲੀ ਜਦੋਂ ਉਹਦੇ ਕੋਲੋਂ ਲੰਘ ਰਹੀ ਸੀ ਪੜਿਆ ਉਹਨੇ ਤੇ ਉਹਨੂੰ ਦੇਖ ਕੇ ਉਹਦੇ ਮੂੰਹ ਤੇ ਮੁਸਕਰਾਹਟ ਆ ਗਈ, ਮਤਲਬ ਉਹਨੇ ਸਮਾਈਲ ਕਰਤਾ ਬੋਰਡ ਪੜ੍ਹ ਕੇ, ਮਤਲਬ ਉਹਨੂੰ ਰਾਖਸ਼ਸ ਮੌਨਸਟਰ ਕੋਈ ਡਰ ਨਹੀਂ ਲੱਗਿਆ। Her parents had told her that there was no such thing, it was a myth। Rosie believed them। ਉਹ ਮੌਨਸਟਰ ਜਦੋਂ ਉਹਨੇ ਪੜਿਆ ਵੀ ਇੱਥੇ ਰਾਖਸ਼ਸ ਰਹਿੰਦਾ ਹੈ, ਉਹ ਸਮਾਈਲ ਕਰਕੇ ਅੱਗੇ ਲੰਘ ਗਈ ਕਿਉਂਕਿ
ਰੋਜ਼ੀ ਨੇ ਆਪਣੇ ਮਾਪਿਆਂ ਤੋਂ ਸੁਣਿਆ ਸੀ, ਉਹਦੇ ਮਾਪਿਆਂ ਨੇ ਉਹਨੂੰ ਕਿਹਾ ਸੀ ਕਿ ਅਜਿਹੀ ਰਾਖਸ਼ਸ ਜਿਹੀ ਕੋਈ ਚੀਜ਼ ਨਹੀਂ ਹੁੰਦੀ, ਇਹ ਸਭ ਇੱਕ ਮਿਥ ਹੈ, ਇੱਕ ਵਹਿਮ ਹੈਗਾ। ਤੇ ਰੋਜ਼ੀ ਨੇ ਉਹਨਾਂ ਦੀ ਗੱਲ ਮੰਨ ਲਈ ਸੀ ਵੀ ਸੱਚੀ ਨਹੀਂ ਹੁੰਦਾ ਹੋਏਗਾ। ਤੁਸੀਂ ਦੇਖ ਸਕਦੇ ਹੋ ਰਿਪਲਸ ਬਣ ਰਹੇ ਨੇ। Reaching the lake shore, she looked around for some small stones that she could throw in the lake. जब वो झील दे किनारे पहुंच गई, lake shore यानी किनारे ते पहुंच गई, ਤਾਂ ਉਹਨੇ ਆਲੇ ਦੁਆਲੇ ਦੇਖਿਆ ਵੀ ਛੋਟੇ ਛੋਟੇ ਪੱਥਰ ਜਿਹੜੇ ਨੇ ਉਹਨੂੰ ਮਿਲ ਜਾਣ ਤਾਂ ਕਿ ਉਹ ਝੀਲ ਦੇ ਵਿੱਚ ਸੁੱਟ ਸਕੇ। She gathered a few and put them in her pocket after counting them. ਉਹਨੇ ਕੁਝ ਪੱਥਰ ਉੱਥੋਂ ਇਕੱਠੇ ਕੀਤੇ ਤੇ ਉਹਨਾਂ ਨੂੰ ਗਿਣ ਕੇ ਆਪਣੀ ਜੇਬ ਦੇ ਵਿੱਚ ਪਾ ਲਿਆ। She looked for a nice spot to sit and found a big rock near the lake. ਤੇ ਫਿਰ ਉਸਨੇ ਬੈਠਣ ਦੇ ਲਈ ਇੱਕ ਵਧੀਆ ਜੀ ਜਗ੍ਹਾ ਥਾਂ ਲੱਭੀ ਤੇ ਝੀਲ ਦੇ ਨੇੜੇ ਇੱਕ ਵੱਡੀ ਜੀ ਚੱਟਾਨ ਉਹਨੂੰ ਮਿਲ ਗਈ। She started throwing the stones as far as she could. ਇੱਥੇ ਚੱਟਾਨ ਤੇ ਪੱਥਰ ਤੇ ਉਹ ਬੈਠ ਗਈ ਤੇ ਝੀਲ ਦੇ ਵਿੱਚ ਉਹਨੇ ਪੱਥਰ ਸਿੱਟਣੇ ਸ਼ੁਰੂ ਕਰਤੇ ਜਿੰਨੀ ਦੂਰ ਉਹ ਸਿੱਟ ਸਕਦੀ ਸੀ। Each stone said splash as it touched the water. ਜਿਵੇਂ ਟਕ ਦੀ ਆਵਾਜ਼ ਆਉਂਦੀ ਹੈ ਨਾ, ਤੇ ਜਿਵੇਂ ਪਾਣੀ ਦੇ ਵਿੱਚ ਪੱਥਰ ਜਾ ਕੇ ਵੱਜਦਾ ਸੀ, ਸਪਲੈਸ਼ ਛਿੱਟੇ ਪੈਣ ਦੀ ਆਵਾਜ਼ ਆਉਂਦੀ ਸੀ। She loved the sound of the water. ਉਹਨੂੰ ਪਾਣੀ ਦੀ ਲਹਿਰਾਂ ਦੀ ਆਵਾਜ਼ ਬਹੁਤ ਵਧੀਆ ਲੱਗ ਰਹੀ ਸੀ। She enjoyed watching the round ripples. ਇਹ ਜਿਹੜੀ ਗੋਲ ਗੋਲ ਲਹਿਰਾਂ ਬਣ ਰਹੀਆਂ ਸੀ, ਇਹਨੂੰ ਦੇਖ ਕੇ ਉਹਨੂੰ ਬਹੁਤ ਮਜ਼ਾ ਆ ਰਿਹਾ ਸੀ। She enjoyed watching them going away slowly and then merging into water. ਤੇ ਉਹ ਦੇਖ ਰਹੀ ਸੀ ਜੇ ਤੁਸੀਂ ਪਾਣੀ ਵਿੱਚ ਕੁਝ ਸਿੱਟੋਗੇ ਨਾ, ਜਿਹੜੀ ਲਹਿਰਾਂ ਨੇ ਅੰਦਰ ਅੰਦਰ ਜਾਂਦੀਆਂ ਹੋਈਆਂ ਤੁਹਾਨੂੰ ਦਿਖਾਈ ਦੇਣਗੀਆਂ, ਗੋਲ ਗੋਲ ਚੱਕਰ ਹੌਲੀ 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 ਗਾਇਬ ਹੁੰਦੀ ਹੋਏ, ਹਲਕੇ ਹੁੰਦੇ ਹੋਏ ਤੁਹਾਨੂੰ ਦਿਖਾਈ ਦੇਣਗੀਆਂ। She threw another stone. ਉਹਨੇ ਫੇਰ ਇੱਕ ਹੋਰ ਪੱਥਰ ਮਾਰਿਆ। Splash came the sound. ਫੇਰ ਤੋਂ ਆਵਾਜ਼ ਆਈ, ਛਪਕ। She loved the sound and the sight. ਉਹਨੂੰ ਨਜ਼ਾਰਾ ਵੀ ਦੇਖਣ ਨੂੰ ਬਹੁਤ ਮਜ਼ਾ ਆ ਰਿਹਾ ਸੀ ਤੇ ਆਵਾਜ਼ ਵੀ ਸੁਣ ਕੇ ਬਹੁਤ ਮਜ਼ਾ ਆ ਰਿਹਾ ਸੀ। She kept throwing stones one after the other. ਤੇ ਉਹਨੇ ਇੱਕ ਤੋਂ ਬਾਅਦ ਇੱਕ ਪੱਥਰ ਸੁੱਟਣੇ ਸ਼ੁਰੂ ਕਰਦੀ ਗਈ। The water seemed very deep there. ਤੇ ਪਾਣੀ ਕਾਫੀ ਡੂੰਘਾ ਲੱਗ ਰਿਹਾ ਸੀ। She threw another stone. रुकी नहीं, फिर एक और पत्थर सुटिया। Suddenly she heard a sound. ते अचानक ओनू एक आवाज सुनाई दी थी। X! Rosie was surprised. ई करके आवाज आई ते रोजी जड़ी सी ओहो हैरान होगी। Who's there? She said. No answer. ते उन्हें पूछा कौन है, आवाज कौन कर रहे हैं, पर कोई जवाब नहीं आया। She threw another stone. उन्हें चक के एक और पत्थर सिट दिता। X! Stop throwing stones, said a voice. फिर आवाज आई, आई ते बिनते पत्थर सिटने बंद कर दो, यह जी आवाज आई। Rosie looked into the lake to see who it was. ते रोजी ने झील वाल देखिया, देखने दे लिए भी कौन है आखिरकार, की दी आवाज है। In the water she saw a huge animal. ते उसने देखिया पानी विच एक बहुत वड्डा जानवर सी। It was like a dinosaur. ਜਿਵੇਂ ਡਾਇਨਾਸੌਰ ਹੁੰਦੇ ਨੇ ਉਹਦੇ ਵਰਗਾ ਜਾਨਵਰ ਸੀ। It was green. ਹਰੇ ਰੰਗ ਦਾ ਸੀ। It had small little horns. ਉਹਦੇ ਛੋਟੇ ਛੋਟੇ ਜਿਹੇ ਸਿੰਗ ਵੀ ਸੀਗੇ। It was rubbing its head against the shore of the lake. ਇਹ ਜਿਹੜਾ ਸਿਰ ਹੈ ਉਹ ਨਦੀ ਦੇ ਜਿਹੜੇ ਕਿਨਾਰੇ ਤੇ ਹੁੰਦਾ ਹੈ, ਉਹ ਆਪਣਾ ਸਿਰ ਜਿਹੜਾ ਹੈ ਉਹਦੇ ਤੇ ਮਲ ਰਿਹਾ ਸੀ। Why are you throwing stones into the lake? ਉਹ ਕਹਿੰਦਾ ਕਿ ਤੁਸੀਂ ਝੀਲ ਵਿੱਚ ਪੱਥਰ ਕਿਉਂ ਸਿੱਟ ਰਹੇ ਹੋ। It hurts, said the animal. ਵੀ ਦਰਦ ਹੁੰਦਾ ਹੈ, ਜਾਨਵਰ ਨੇ ਇਹ ਗੱਲ ਕਹੀ। Rosie looked at the creature with fear. Sorry, she said. ਤੇ ਰੋਜ਼ੀ ਨੇ ਡਰ ਨਾਲ ਉਸ ਜਾਨਵਰ ਵੱਲ ਦੇਖਿਆ ਤੇ ਉਹਨੇ ਮਾਫੀ ਮੰਗੀ ਵੀ sorry. Well, all right, said the animal. ਤੇ ਜਾਨਵਰ ਕਹਿੰਦਾ ਕੋਈ ਗੱਲ ਨਹੀਂ, ਠੀਕ ਹੈ। The animal looked at Rosie and saw her shocked face. ਜਿਹੜਾ ਜਾਨਵਰ ਸੀ ਉਹ ਰੋਜ਼ੀ ਵੱਲ ਦੇਖਦਾ, ਉਹਦੇ ਮੂੰਹ ਵੱਲ ਦੇਖਦਾ ਤੇ ਦੇਖਦਾ ਵੀ ਉਹ ਜਿਹੜੀ ਕੁੜੀ ਸੀ ਉਹ ਹੈਰਾਨ ਹੋਈ ਪਈ ਸੀ, ਹੱਕੀ ਬੱਕੀ ਸੀ। I'm Nessie, said the huge creature. ਉਹ ਵੱਡਾ ਜਿਹਾ ਜਾਨਵਰ, ਵਿਸ਼ਾਲ ਜਾਨਵਰ ਕਹਿੰਦਾ ਵੀ ਮੈਂ ਨੈਸੀ ਹੈਗਾ। People call me the Loch Ness monster. Who are you? ਲੋਕ ਮੈਨੂੰ Loch Ness ਦਾ monster ਕਹਿੰਦੇ ਨੇ। ਤੁਸੀਂ ਕੌਣ ਹੈਗੇ ਹੋ? Loch Ness यानी इस झील ਦਾ ਜਾਨਵਰ, ठीक है, मॉन्स्टर जो खतरनाक चीज हुए, भी तुसी कौन हो? रोजी was a little afraid of this talking animal. रोजी इस गल कर रहे जानवर तो थोड़ा जिहा डर रही सी। She kept quiet, यानी वो चुप रही। Nessie said, don't be scared, I don't harm anyone. ते नेसी ने उन्हें कहा भी डरन दी कोई लोड़ नहीं है, मैं किसी नूं नुकसान नहीं पहुंचांदा।
but she said, but you are so huge. ਤੇ ਉਹ ਕਹਿੰਦੀ ਵੀ ਤੁਸੀਂ ਤਾਂ ਬਹੁਤ ਵਿਸ਼ਾਲ ਹੈਗੇ ਹੋ, ਵੱਡੇ ਹੈਗੇ ਹੋ. Nessie said, don't think about my size. Have I ever harmed anyone here? ਤੇ ਨੈਸੀ ਕਹਿੰਦਾ ਵੀ ਮੇਰੇ ਆਕਾਰ ਬਾਰੇ ਨਾ ਸੋਚੋ, ਸਾਈਜ਼ ਬਾਰੇ ਨਾ ਸੋਚੋ, ਵੀ ਮੈਂ ਕਦੇ ਇੱਥੇ ਕਿਸੇ ਨੂੰ ਨੁਕਸਾਨ ਪਹੁੰਚਾਇਆ, ਇਹ ਦੱਸੋ. I don't know. I'm not afraid from Scotland, said Rosie. ਉਹ ਕਹਿੰਦੀ ਮੈਨੂੰ ਨਹੀਂ ਪਤਾ ਵੀ ਮੈਂ ਇੱਥੇ ਜਿਹੜੇ ਸ਼ਹਿਰ ਆਈ ਆ, ਜਿਹੜੇ ਦੇਸ਼ ਆਈ ਆ, ਮੈਨੂੰ ਇੱਥੇ ਡਰ ਨਹੀਂ ਲੱਗਦਾ, ਮੈਂ ਸਕਾਟਲੈਂਡ ਤੋਂ ਡਰੀ ਨਹੀਂ ਹੋਈ. Okay, tell me your name, said Nessie. ਤੇ ਨੈਸੀ ਕਹਿੰਦਾ ਠੀਕ ਹੈ, ਫਿਰ ਮੈਨੂੰ ਆਪਣਾ ਨਾਮ ਦੱਸੋ. I'm Rosie. I'm visiting my aunt Tina. I find this place very cold and boring. I don't like this place. ਤੇ ਉਹ ਕਹਿੰਦੀ ਮੈਂ ਰੋਜ਼ੀ ਹੈਗੀ ਆ ਤੇ ਮੈਂ ਆਪਣੀ ਆਂਟੀ ਟੀਨਾ ਨੂੰ ਮਿਲਣ ਆਈ ਆ ਤੇ ਮੈਨੂੰ ਇਹ ਜਗ੍ਹਾ ਬਹੁਤ ਠੰਡੀ ਵੀ ਲੱਗਦੀ ਹੈ ਤੇ ਮੈਂ ਬੋਰ ਵੀ ਹੁੰਦੀ ਹਾਂ ਇਸ ਥਾਂ ਤੇ, ਵੀ ਮੈਨੂੰ ਇਹ ਥਾਂ ਬਿਲਕੁਲ ਪਸੰਦ ਨਹੀਂ ਹੈ. ਨੈਸੀ started to laughing ਨਹੀਂ, ਜਾਂ ਤਾਂ ਆਏਗਾ ਨੈਸੀ started laughing, ਜਾਂ ਤੁਸੀਂ ਕਹਿ ਸਕਦੇ ਹੋ started to laugh. to ਦੇ ਨਾਲ ing ਨਹੀਂ ਆਏਗਾ. ਨੈਸੀ ਹੱਸਣ ਲੱਗ ਪਿਆ. Its laugh was very loud. ਉਹਦਾ ਜਿਹੜਾ ਹਾਸਾ ਸੀ ਉਹ ਬਹੁਤ ਉੱਚਾ ਸੀ. Rosie looked at Nessie with fear. Rosie ਨੇ ਡਰ ਨਾਲ ਨੈਸੀ ਵੱਲ ਦੇਖਿਆ. She could only see its head and long neck. ਤੇ ਉਹ ਜਦ ਉਹਦੇ ਵੱਲ ਦੇਖ ਰਹੀ ਸੀ ਤਾਂ ਸਿਰਫ ਉਹਦਾ ਸਿਰ ਤੇ ਲੰਬੀ ਜੀ ਗਰਦਨ ਉਹਨੂੰ ਦਿਖਾਈ ਦੇ ਰਹੀ ਸੀ. It had triangular spikes on its neck. ਜਿਵੇਂ ਉਹ ਗਰਦਨ ਹੈਗੀ ਆ, ਠੀਕ ਹੈ, ਉਹਦੀ ਗਰਦਨ ਤੇ ਏਦਾਂ ਕਰਕੇ ਟ੍ਰਾਇੰਗਲ, ਤ੍ਰਿਕੋਣੇ ਜੇ ਸਪਾਈਕ ਸੀਗੇ, ਠੀਕ ਹੈ, ਤਿੱਖੇ ਤਿੱਖੇ ਜੇ ਹਿੱਸੇ. It had bits of plants hanging around its mouth. ਜੇ ਮੰਨ ਲਓ ਤੇ ਜੇ ਇਹ ਉਹਦਾ ਮੂੰਹ ਹੈਗਾ, ਇਹਦੇ ਆਲੇ ਦੁਆਲੇ ਪੱਤੇ ਲਟਕੇ ਹੋਏ ਸੀ. Rosie could see that it had sharp teeth and it could eat her in one bite if it wanted. ਤੇ ਉਹਨੇ ਦੇਖਿਆ ਇਸ ਜਾਨਵਰ ਦੇ ਤਿੱਖੇ ਤਿੱਖੇ ਦੰਦ ਹੈਗੇ ਨੇ ਤੇ ਜੇ ਉਹ ਜਾਨਵਰ ਚਾਹੇ ਤਾਂ ਉਹਨੂੰ ਇੱਕ ਵਾਰੀ ਵਿੱਚ ਖਾ ਸਕਦਾ ਹੈ ਰੋਜ਼ੀ ਨੂੰ. But the plant in its mouth suggested that it was a herbivore. ਪਰ ਕਿਉਂਕਿ ਉਹਦੇ ਮੂੰਹ ਦੇ ਵਿੱਚੋਂ ਪੱਤੇ ਲਟਕ ਰਹੇ ਸੀ ਤਾਂ ਇਹਦੇ ਨਾਲੋਂ ਇਹ ਪਤਾ ਚੱਲਦਾ ਹੈ ਵੀ ਉਹ ਇੱਕ ਹਰਬੀਵੋਰ ਹੈ, ਯਾਨੀ ਉਹ ਘਾਹ ਫੂਸੀ ਖਾਂਦਾ ਹੈ. ਰੋਜ਼ੀ ਫੈਲਟ ਰਿਲੈਕਸ. ਰੋਜ਼ੀ ਨੂੰ ਥੋੜਾ ਜਿਹਾ ਚੈਨ ਆਇਆ. Why do people call you a monster? Are you really a monster? Rosie asked. ਰੋਜ਼ੀ ਨੇ ਉਹਨੂੰ ਪੁੱਛਿਆ ਵੀ ਲੋਕ ਤੁਹਾਨੂੰ ਰਾਖਸ਼ ਕਿਉਂ ਕਹਿੰਦੇ ਨੇ, ਕਿ ਤੁਸੀਂ ਸੱਚਮੁੱਚ ਇੱਕ ਰਾਖਸ਼ ਹੈਗੇ ਹੋ? No, I'm not a monster. People call me a monster because they do not know me. I belong to the dinosaur family. I only eat plants, not little girls, Nessie assured Rosie. ਉਹ ਕਹਿੰਦਾ ਨਹੀਂ ਨਹੀਂ, ਮੈਂ ਰਾਖਸ਼ ਨਹੀਂ ਹੈਗਾ, ਲੋਕ ਮੈਨੂੰ ਰਾਖਸ਼ ਇਸ ਕਰਕੇ ਕਹਿੰਦੇ ਨੇ ਕਿਉਂਕਿ ਉਹ ਮੈਨੂੰ ਜਾਣਦੇ ਨਹੀਂ. ਮੈਂ ਡਾਇਨਾਸੌਰ ਦੀ ਫੈਮਿਲੀ ਤੋਂ, ਦੇ ਪਰਿਵਾਰ ਤੋਂ ਸੰਬੰਧ ਰੱਖਦਾ, ਮੈਂ ਸਿਰਫ ਪੱਤੇ ਖਾਂਦਾ, ਕੁੜੀਆਂ ਨੂੰ ਨਹੀਂ ਖਾਂਦਾ. ਤੇ ਇਹ ਗੱਲ ਕਹਿ ਕੇ ਨੈਸੀ ਨੇ ਰੋਜ਼ੀ ਨੂੰ ਥੋੜਾ ਜਿਹਾ ਭਰੋਸਾ ਦਿਲਾਇਆ. Would you like a ride on my back? Rosie looked at Nessie. ਤੇ ਉਹਨੇ ਫਿਰ ਪੁੱਛਿਆ ਵੀ ਤੁਸੀਂ ਮੇਰੀ ਪਿੱਠ ਤੇ ਸਵਾਰੀ ਕਰਨਾ ਚਾਹੋਗੇ? ਇਹ ਗੱਲ ਸੁਣ ਕੇ ਰੋਜ਼ੀ ਨੇ ਨੈਸੀ ਵੱਲ ਦੇਖਿਆ. How big are you? She asked. ਉਹ ਕਹਿੰਦੀ ਤੁਸੀਂ ਕਿੰਨੇ ਵੱਡੇ ਹੈਗੇ ਹੋ? Well, I'm more than 100 feet long. ਉਹ ਕਹਿੰਦਾ ਮੈਂ ਲਗਭਗ 100 ਫੁੱਟ ਤੋਂ ਜ਼ਿਆਦਾ ਹੀ ਲੰਬਾ ਹੈਗਾ. I've got humps on my back. ਤੇ ਮੇਰੀ ਪਿੱਠ ਦੇ ਉੱਤੇ ਹੰਪ ਹੈਗੇ ਨੇ, ਯਾਨੀ ਥੋੜੀ ਉੱਠੀ ਹੋਈ ਚੀਜ਼, ਜਿਵੇਂ ਏਦਾਂ, ਜਿਵੇਂ ਕੈਮਲ ਦੇ ਹੁੰਦੇ ਨੇ. It's very thin. ਪਤਲੀ ਜੇ ਹੈਗੇ ਨੇ. I have feet and arms too, but I use them only to swim and glide around the lake. ਵੀ ਮੇਰੇ ਹੱਥ ਵੀ ਹੈਗੇ ਨੇ, ਬਾਹਾਂ ਵੀ ਹੈਗੀਆਂ ਨੇ, ਪਰ ਉਹਨਾਂ ਦੀ ਵਰਤੋਂ ਮੈਂ ਸਿਰਫ ਤੈਰਨ ਦੇ ਲਈ ਕਰਦਾ ਤੇ ਝੀਲ ਦੇ ਆਲੇ ਦੁਆਲੇ ਘੁੰਮਣ ਦੇ ਲਈ, glide around the lake, ਘੁੰਮਣ ਦੇ ਲਈ. Would you like a ride on my back around the lake? Nessie asked again. ਤੇ ਨੈਸੀ ਨੇ ਫਿਰ ਪੁੱਛਿਆ ਕਿ ਤੁਸੀਂ ਮੇਰੀ ਪਿੱਠ ਤੇ ਬੈਠ ਕੇ ਇੱਕ ਸਵਾਰੀ ਲੈਣਾ ਚਾਹੋਗੇ, ਆਲੇ ਦੁਆਲੇ ਦੇਖਣਾ ਚਾਹੋਗੇ? Rosie nodded. Climb on my back and hold on, said Nessie. Rosie ਨੇ ਹਾਂ ਕਰਤੀ ਤੇ ਉਹ ਕਹਿੰਦਾ ਕਿ ਠੀਕ ਹੈ, ਤੁਸੀਂ ਮੇਰੀ ਪਿੱਠ ਤੇ ਚੜ ਜਾਓ. ਉਹਨੇ ਇਹ ਗੱਲ ਨੈਸੀ ਨੇ ਕਹੀ ਰੋਜ਼ੀ ਨੂੰ. Rosie caught onto Nessie's strong horns and found a place to sit on its back. ਰੋਜ਼ੀ ਨੇ ਉਹਦੇ ਜਿਹੜੇ ਸਿੰਗ ਸੀਗੇ ਉਹਨੂੰ ਫੜਿਆ ਤੇ ਪਿੱਛੇ ਜਾ ਕੇ ਉਹਦੀ ਪਿੱਠ ਦੇ ਉੱਤੇ ਇੱਕ ਤਰੀਕੇ ਨਾਲ ਬੈਠ ਗਈ, ਠੀਕ ਹੈ, ਟਾਈਟ ਹੋ ਕੇ ਬੈਠ ਗਈ. She held tightly onto one of her spikes. ਤੇ ਉਹਦੇ ਜਿਹੜੇ ਉਹ ਪਿੱਠ ਦੇ ਉੱਤੇ ਏਦਾਂ ਮੈਂ ਦੱਸਿਆ ਸੀ ਨਾ ਤ੍ਰਿਕੋਣ ਜੇ ਬਣੇ ਹੋਏ ਨੇ, ਉਹ
ਪੱਕੇ ਸੀ, ਠੀਕ ਹੈ, ਤੇ ਉਹਨੇ ਉਹਨਾਂ ਨੂੰ ਫੜ ਲਿਆ, ਪਹਿਲੇ ਹੌਰਨਸ ਨੂੰ ਫੜ ਕੇ ਉੱਤੇ ਚੜੀ, ਫਿਰ ਸਪਾਈਕਸ ਨੂੰ ਫੜ ਕੇ ਬੈਠ ਗਈ। ਤੇ ਜਦ ਉਹਦੀ ਪਿੱਠ ਤੇ ਸਪਾਈਕਸ ਨੂੰ ਫੜ ਕੇ ਬੈਠ ਗਈ, ਜਿਵੇਂ ਪਿੱਠ ਹੈਗੀ ਨਾ ਉਹਦੇ ਤੇ ਏਦਾਂ ਛੋਟੇ ਛੋਟੇ ਕੰਡੇ ਸੀ, ਆਰਾਮ ਨਾਲ ਬੈਠ ਗਈ ਇਹਨਾਂ ਨੂੰ ਫੜ ਕੇ। ਆਰ ਯੂ ਰੈਡੀ, ਨੈਸੀ ਆਸਕਡ ਹਰ। ਤੇ ਨੈਸੀ ਨੇ ਉਹਨੂੰ ਪੁੱਛਿਆ ਕਿ ਤੁਸੀਂ ਤਿਆਰ ਹੈਗੇ ਹੋ ਹੁਣ ਸਵਾਰੀ ਲਈ। ਰੋਜ਼ੀ ਵਾਸ ਸਡਨਲੀ ਵੈਰੀ ਐਕਸਾਈਟਿਡ। ਯੈਸ ਆਈ ਐਮ ਰੈਡੀ ਨੈਸੀ, ਸ਼ੀ ਸੈਡ। ਤੇ ਉਹ ਕਹਿੰਦੀ ਹਾਂਜੀ ਨੈਸੀ, ਮੈਂ ਬਿਲਕੁਲ ਤਿਆਰ ਹਾਂ, ਬਹੁਤ ਉਤਸੁਕ ਸੀ, ਤਿਆਰ ਸੀ ਚੀਜ਼ਾਂ ਕਰਨ ਲਈ। ਨੈਸੀ ਸਟਾਰਟਡ ਦ ਜਰਨੀ ਥਰੂ ਦ ਲੇਕ। ਤੇ ਨੈਸੀ ਨੇ ਆਪਣੀ ਜਿਹੜੀ ਜਰਨੀ ਹੈਗੀ ਹੈ, ਯਾਤਰਾ ਸ਼ੁਰੂ ਕੀਤੀ, ਝੀਲ ਦੇ ਵਿੱਚੋਂ ਵਿੱਚ ਲੈ ਗਿਆ ਉਹਨੂੰ। Soon they were swimming all around the lake। ਤੇ ਜਲਦ ਹੀ ਉਹ ਤੈਰਦੇ ਹੋਏ ਦਿਖਾਈ ਦਿੱਤੇ, ਮਤਲਬ ਨੈਸੀ ਉਹਨੂੰ ਪਿੱਠ ਤੇ ਬਿਠਾ ਕੇ ਨਦੀ ਦੇ ਆਲੇ ਦੁਆਲੇ ਲੈ ਕੇ ਜਾ ਰਿਹਾ ਸੀ। ਰੋਜ਼ੀ caught hold of ਨੈਸੀ ਟਾਈਟਲੀ। ਤੇ ਰੋਜ਼ੀ ਨੇ ਉਹਨੂੰ ਟਾਈਟ ਕਰਕੇ ਫੜ ਲਿਆ, ਜਕੜ ਕੇ ਫੜ ਲਿਆ ਸੀ। ਨੈਸੀ went in and out of the water। ਨੈਸੀ ਪਾਣੀ ਵਿੱਚ ਕਦੀ ਅੰਦਰ ਜਾ ਰਿਹਾ, ਕਦੇ ਬਾਹਰ ਨਿਕਲ ਰਿਹਾ, ਅੰਦਰ ਜਾ ਰਿਹਾ, ਬਾਹਰ ਨਿਕਲ ਰਿਹਾ, ਉਹਨੂੰ ਝੂਟੇ ਦੇ ਰਿਹਾ ਸੀ। Whoosh said Nessie as it went into the water and wee as it came out। जब पानी दे अंदर जाता तो कहना woo wee जब बाहर आंदा पानी तो। Rosie was also enjoying it। Rosie भी ਇਹਦਾ मतलब आनंद ले रही सी। She said this is fun। वो कहती ये तो बहुत मजेदार है। Would you like to see my cave? Nessie said। ਤੇ Nessie ने ਉਹਨੂੰ ਕਿਹਾ ਵੀ ਕੀ ਤੁਸੀਂ ਮੇਰੀ ਗੁਫਾ ਦੇਖਣਾ ਚਾਹੁੰਦੇ ਹੋ ਜਿੱਥੇ ਮੈਂ ਰਹਿੰਦਾ? I'd love to but on another day। It's getting late। My aunt must be waiting for me। Rosie answered। Rosie कहती मैं देखना तो जरूर चाहूंगी पर आज नहीं, किसी होर दिन, क्योंकि लेट हो रही है, रात हो रही है, तो मेरी आंटी मेरी वेट कर रही होगी। Okay, then we will meet again। How long are you going to be here? said Nessie। ਤੇ Nessie कहता ठीक है, फिर ਆਪਾਂ ਫੇਰ ਮਿਲਾਂਗੇ ਵੀ ਤੁਸੀਂ ਕਿੰਨੀ ਕੁ ਦੇਰ ਹੈਗੇ ਹੋ ਇੱਥੇ? Another week but tomorrow I am going to Edinburgh for sightseeing। informed Rosie। ਉਹ ਕਹਿੰਦੀ ਮੈਂ ਇੱਕ ਹੋਰ ਹਫਤਾ ਇੱਥੇ ਹੈਗੀ ਆ, ਪਰ ਮੈਂ ਅਗਲੇ ਹਫਤੇ ਜਿਹੜਾ ਅਗਲੇ ਹਫਤੇ ਨਹੀਂ, ਮੈਂ ਕੱਲ ਐਡਿਨਬਰਗ ਜਾ ਰਹੀ ਹਾਂ। ਸਾਈਟ ਸੀਇੰਗ ਕਰਨ ਦਾ ਮਤਲਬ ਆਲੇ ਦੁਆਲੇ ਚੀਜ਼ਾਂ ਦੇਖਣ, ਉੱਥੇ ਕੀ ਹੈਗਾ ਕੀ ਨਹੀਂ ਹੈਗਾ। ਰੋਜ਼ੀ ਨੇ ਇਹ ਗੱਲ ਕਹੀ ਵੀ ਕੱਲ ਤਾਂ ਨਹੀਂ ਆ ਸਕਦੀ। ਗ੍ਰੇਟ ਦੈਨ ਵਿਲ ਮੀਟ ਅਗੇਨ ਦ ਡੇ ਆਫਟਰ। ਉਹ ਕਹਿੰਦਾ ਠੀਕ ਹੈ ਕੋਈ ਗੱਲ ਨਹੀਂ, ਫਿਰ ਪਰਸੋਂ ਮਿਲਾਂਗੇ। ਸੈਡ ਨੈਸੀ। ਫਾਈਨ प्लीज टेक मी बैक टू द लेक शोर्स। रोजी सेड। ते रोजी कहती ठीक है, कृपा करके मैनू झील दे फिर किनारे वापस छड़ दो। Within no time they were at the shore and said bye to each other। ते कुछ टाइम दे विच ओ किनारे ते पहुंच गए ते एक दूजे नू बाय कहन लग पे। Now Rosie had a friend in Scotland। Life for Rosie was going to be exciting। ਤੇ ਹੁਣ ਰੋਜ਼ੀ ਦਾ ਸਕਾਟਲੈਂਡ ਦੇ ਵਿੱਚ ਇੱਕ ਦੋਸਤ ਬਣ ਗਿਆ ਸੀ, ਤੇ ਉੱਥੇ ਹੁਣ ਜਿਹੜਾ ਟਾਈਮ ਸੀ ਉਹ ਵੀ ਵਧੀਆ ਲੱਗਣਾ ਸੀ, ਤੇ ਜ਼ਿੰਦਗੀ ਵੀ ਵਧੀਆ ਐਕਸਾਈਟਿੰਗ ਹੋ ਜਾਣੀ ਸੀ, ਯਾਨੀ ਰੋਮਾਂਚਕ। Post reading vocabulary expansion। Meanings of new words can often be discovered by carefully reading words that come before and after the difficult words। देखो कई बार ना कुछ शब्दां दा मतलब नहीं पता हुंदा, पर ਆਪਾਂ ਕਈ ਵਾਰ ਪਤਾ ਲਗਾ ਲੈਂਦੇ ਆ ਵੀ ਪਹਿਲੇ ਕੀ ਕਿਹਾ ਗਿਆ, ਅੱਗੇ ਕੀ ਕਿਹਾ ਗਿਆ, ਉਸ ਸ਼ਬਦ ਤੋਂ ਫਿਰ ਅੰਦਾਜ਼ਾ ਹੋ ਜਾਂਦਾ ਹੈ ਵੀ ਇਸ ਸ਼ਬਦ ਦਾ ਕੀ ਮਤਲਬ ਹੈ। ਕੀ ਤੁਹਾਨੂੰ ਵੀ ਇਦਾਂ ਲੱਗਦਾ ਹੈ? Look at the sentences from the story and their meanings। The meanings can be guessed from other words in the sentence। यानी ਇੱਥੇ sentences ਦਿੱਤੇ ਹੋਏ ਨੇ ਤੇ sentence ਦੇ ਨਾਲ ਉਹ word ਵੀ ਦਿੱਤੇ ਗਏ ਨੇ, ਤੁਸੀਂ ਉਹਨਾਂ ਦਾ ਮਤਲਬ ਲਾ ਸਕਦੇ ਹੋ ਕੀ ਅੰਦਾਜ਼ਾ ਹੈਗਾ। ਜਿਵੇਂ go down to the lake। मीनिंग की है रोजी wants to go to the lake which is at the lower place than her house। ਇੱਥੇ ਦੱਸਿਆ ਗਿਆ ਵੀ ਰੋਜ਼ੀ ਜਿਹੜੀ ਹੈਗੀ ਹੈ ਉਹ ਲੇਕ ਤੇ ਜਾਣਾ ਚਾਹੁੰਦੀ ਹੈ ਜਿੱਥੇ ਉਹਦਾ ਘਰ ਹੈ ਉਹਦੇ ਤੋਂ ਥੋੜਾ ਥੱਲੇ ਹੈਗਾ ਉਹ ਜਿਹੜਾ ਲੇਕ ਹੈਗਾ, ਠੀਕ ਹੈ। ਤੇ go down ਦਾ ਮਤਲਬ ਥੱਲੇ ਵੱਲ ਨੂੰ ਜਾਣਾ। ਹੁਣ ਇੱਥੇ ਲੇਕ ਦੀ ਗੱਲ ਕੀਤੀ ਜਾ ਰਹੀ ਹੈ, ਜੇ ਘਰ ਉਚਾਈ ਤੇ ਹੈ ਤੇ ਜਿਹੜਾ ਲੇਕ ਹੈ ਝੀਲ ਹੈ ਥੋੜੀ ਨੀਵੀਂ ਥਾਂ ਤੇ। I will throw some stones into the water and watch the ripples। ਵੀ ਮੈਂ ਕੁਝ ਪੱਥਰ ਸਿੱਟਾਂਗੀ ਪਾਣੀ ਦੇ ਵਿੱਚ ਤੇ ਫਿਰ ਉਹ ਜਿਹੜੀ ਲਹਿਰਾਂ ਆਉਂਦੀਆਂ ਨੇ ਉਹ ਦੇਖਾਂਗੀ। ਰਿਪਲ ਸਮਝ ਕੇ ਇਹ ਚੀਜ਼। Rosie wants to see a series of waves on the water by dropping stones into the water। Rosie ਜਿਹੜੀ ਹੈ ਪਾਣੀ ਵਿੱਚ ਪੱਥਰ ਸਿੱਟ ਕੇ ਉਹ ਜਿਹੜੀਆਂ ਇੱਕ ਤੋਂ ਬਾਅਦ ਇੱਕ ਲਹਿਰਾਂ ਆ ਜਾਂਦੀਆਂ ਨੇ ਨਾ ਉਹ ਦੇਖਣਾ ਚਾਹੁੰਦੀ, ਉਹਨਾਂ ਦੀ ਲੜੀ ਦੇਖਣਾ ਚਾਹੁੰਦੀ। She ran past a board that read। ਉਹ ਇੱਕ ਬੋਰਡ ਜਿਹੜਾ ਸੀ ਉਹਨੂੰ ਥੋੜਾ ਜਿਹਾ ਲੰਘ ਗਈ, ਠੀਕ ਹੈ। ਸ਼ੀ ਇਹਦਾ ਮਤਲਬ ਕੀ ਹੈ? ਸ਼ੀ ਲੈਫਟ ਦ ਬੋਰਡ ਬਿਹਾਈਂਡ। ਉਹਨੇ ਰੈਨ ਪਾਸ ਦਾ ਮਤਲਬ ਉਹ ਅੱਗੇ ਲੰਘ ਗਈ ਸੀ ਤੇ ਉਹਨੇ ਬੋਰਡ ਜਿਹੜਾ ਪਿੱਛੇ ਛੱਡਤਾ ਸੀ। ਹਰ ਪੇਰੈਂਟਸ ਹੈਡ ਟੋਲਡ ਹਰ, ਇਹ ਜ਼ਰੂਰੀ ਹੈ, ਹੈਡ ਟੋਲਡ ਹਰ
that there was no such thing, it was a myth. ਉਹਦੇ ਮਾਪਿਆਂ ਨੇ ਉਹਨੂੰ ਇਹ ਦੱਸਿਆ ਸੀ ਵੀ ਅਜਿਹੀ ਕੋਈ ਚੀਜ਼ ਨਹੀਂ ਹੁੰਦੀ, ਇਹ ਸਿਰਫ ਇੱਕ ਮਿਥ ਹੈ, ਯਾਨੀ ਇੱਕ ਵਹਿਮ ਹੈ। myth is a story about something, it may not be true। myth ਕੀ ਹੁੰਦਾ ਹੈ? ਕਿਸੇ ਚੀਜ਼ ਬਾਰੇ ਕੋਈ ਕਹਾਣੀ ਜੋ ਸੱਚ ਨਾ ਹੋਵੇ। आगे कहा गया given below are some words from the lesson। words ਦਿੱਤੇ ਗਏ ਨੇ lesson ਦੇ ਵਿੱਚੋਂ। guess their meaning, taking hints from the story। story ਵਿੱਚੋਂ hints ਲੈ ਕੇ ਇਹਨਾਂ ਦੇ ਮਤਲਬ ਦੱਸਦੇ ਨੇ। write the meaning in the blanks। ਇੱਥੇ ਤੁਸੀਂ meaning ਲਿਖਣਾ ਹੈ। ਜਿਵੇਂ ਇੱਥੇ ਕੁਝ ਵਰਡਸ ਦੱਸੇ ਗਏ ਨੇ। ਮੌਨਸਟਰ, ਤੁਹਾਨੂੰ ਪਤਾ ਹੈ ਮੌਨਸਟਰ ਨੂੰ ਪੰਜਾਬੀ ਦੇ ਵਿੱਚ ਆਪਾਂ ਕਹਿੰਦੇ ਆ ਰਾਖਸ਼। ਕੋਈ ਚੀਜ਼ ਜੋ ਵਿਸ਼ਾਲ ਹੋਏ ਉਹ ਵੀ ਮੌਨਸਟਰ ਕਈ ਵਾਰ ਕਹਿਲਾਈ ਜਾਂਦੀ ਹੈ, ਜਾਂ ਤੁਸੀਂ ਕਹਿ ਸਕਦੇ ਹੋ ਬੀਸਟ, ਵੱਡੀ ਜੀ ਚੀਜ਼, ਉਹਨੂੰ ਵੀ ਆਪਾਂ ਮੌਨਸਟਰ ਕਹਿੰਦੇ ਆ। ਜਾਂ ਕੋਈ ਚੀਜ਼ ਜਿਹੜੀ ਡੈਵਲ ਹੋਏ, ਵਧੀਆ ਨਾ ਹੋਏ, ਠੀਕ ਹੈ, ਉਹਨੂੰ ਵੀ ਮੌਨਸਟਰ, ਡੈਮਨ ਨੂੰ ਵੀ ਮੌਨਸਟਰ ਕਿਹਾ ਜਾਂਦਾ ਹੈ। ਅੱਗੇ ਹੈਗਾ ਕ੍ਰੀਚਰ। ਕ੍ਰੀਚਰ ਦਾ ਮਤਲਬ ਹੁੰਦਾ ਹੈ ਲਿਵਿੰਗ ਐਨੀਮਲ, ਠੀਕ ਹੈ, ਉਹਨੂੰ ਆਪਾਂ ਕ੍ਰੀਚਰ ਕਹਿ ਸਕਦੇ ਹਾਂ। ਤੁਸੀਂ ਕਹਿ ਸਕਦੇ ਹੋ ਜੀ ਵਾਈਲਡ ਐਨੀਮਲ ਵੀ ਕ੍ਰੀਚਰ ਹੁੰਦਾ ਹੈ, ਜੀ ਹਾਂ, ਉਹ ਵੀ ਕ੍ਰੀਚਰ ਕਿਹਾ ਜਾਂਦਾ ਹੈ। ਜਾਂ ਤੁਸੀਂ ਕਹਿ ਸਕਦੇ ਹੋ ਕ੍ਰੀਚਰ ਐਨੀਮਲ ਵੀ ਹੋ ਸਕਦਾ, ਦੇਖੋ ਧਿਆਨ ਨਾਲ, ਪਰਸਨ ਵੀ ਕਹਿ ਸਕਦੇ, ਉਹਨੂੰ ਵੀ ਕ੍ਰੀਚਰ ਕਹਿੰਦੇ ਆ। ਮੈਨ ਨੂੰ ਵੀ ਕ੍ਰੀਚਰ ਕਹਿੰਦੇ ਆ, ਕੋਈ ਸੋਲ ਹੋ ਗਿਆ ਉਹਨੂੰ ਵੀ ਕ੍ਰੀਚਰ ਕਹਿੰਦੇ ਆ। ਕ੍ਰੀਚਰ ਦਾ ਮਤਲਬ ਵਿਮਨ ਵੀ ਹੁੰਦਾ, ਪਰ ਜੇ ਲੈਸਨ ਦੀ ਗੱਲ ਕੀਤੀ ਜਾਏ ਉੱਥੇ ਲਿਵਿੰਗ ਐਨੀਮਲ ਦੀ ਗੱਲ ਕੀਤੀ ਜਾ ਰਹੀ ਹੈ, ਠੀਕ ਹੈ। ਅਗਲਾ ਵਰਡ ਹੈਗਾ ਸਾਡੇ ਕੋਲ ਮਰਜਡ। ਹੁਣ ਮਰਜ ਦਾ ਮਤਲਬ ਜੁਆਇਨ ਟੂਗੇਦਰ, ਇਕੱਠੇ ਕਰ ਦੇਣਾ ਕਿਸੇ ਚੀਜ਼ ਨੂੰ। ਇਹਦਾ ਦੂਜਾ ਵਰਡ ਹੁੰਦਾ ਕੰਸੋਲੀਡੇਟ। ਇਕੱਠਾ ਕਰ ਦੇਣਾ ਉਹਨੂੰ ਕਿਹਾ ਜਾਂਦਾ ਕੰਸੋਲੀਡੇਟ ਕਰ ਦੇਣਾ, ਜਾਂ ਕੰਬਾਈਨ ਕਰ ਦੇਣਾ, ਉਹ ਵੀ ਮਰਜ ਹੁੰਦਾ। ਜਾਂ ਤੁਸੀਂ ਕਹਿ ਸਕਦੇ ਹੋ ਕਿਸੇ ਚੀਜ਼ ਨੂੰ ਫਿਊਜ਼ ਕਰ ਦੇਣਾ ਜਾਂ ਯੂਨਾਈਟ ਕਰ ਦੇਣਾ, ਇਕੱਠਾ ਕਰ ਦੇਣਾ। ਅਗਲਾ ਵਰਡ ਹੈਗਾ ਹਰਬੀਵੋਰ। ਦੇਖੋ ਹਰਬੀਵੋਰ ਉਹ ਹੁੰਦੇ ਨੇ ਜੋ ਪੱਤੇ ਖਾਂਦੇ ਨੇ। ਆਪਾਂ ਇਹ ਨਹੀਂ ਕਹਿ ਸਕਦੇ ਵੀ ਵੀਗਨ ਹੀ ਹੁੰਦੇ ਨੇ, ਪਰ ਤੁਸੀਂ ਕਹਿ ਸਕਦੇ ਹੋ ਜੀ ਵੈਜੀਟੇਰੀਅਨ, ਠੀਕ ਹੈ। ਜਾਂ ਤੁਸੀਂ ਕਹਿ ਸਕਦੇ ਹੋ ਫਰੂਟੇਰੀਅਨ, ਜਿਹੜੇ ਫਰੂਟਸ ਖਾਂਦੇ ਨੇ ਉਹਨਾਂ ਨੂੰ ਆਪਾਂ ਹਰਬੀਵੋਰ ਕਹਿੰਦੇ ਨੇ, ਜੋ ਪੱਤੇ ਖਾਂਦੇ ਨੇ, ਯਾਨੀ ਮਾंस ਮੱਛੀ ਨਹੀਂ ਖਾਂਦੇ। ਅਗਲਾ ਡੇਂਜਰਸ। ਡੇਂਜਰਸ ਪੰਜਾਬੀ ਚ ਉਹਦਾ ਮਤਲਬ ਹੁੰਦਾ ਕੋਈ ਚੀਜ਼ ਜਿਹੜੀ ਖਤਰਨਾਕ ਹੁੰਦੀ ਹੈ। ਤੁਸੀਂ ਕਹਿ ਸਕਦੇ ਹੋ ਅਨਸੇਫ, ਰਿਸਕੀ, ਜਾਂ ਤੁਸੀਂ ਕਹਿ ਸਕਦੇ ਹੋ ਕੋਈ ਚੀਜ਼ ਜਿਹੜੀ ਵਾਈਲਡ ਹੈ। ਹੋਰ ਨਹੀਂ ਤਾਂ ਤੁਸੀਂ ਕਹਿ ਸਕਦੇ ਹੋ ਜੋ ਚੀਜ਼ ਬੋਲਡ ਹੈਗੀ ਆ, ਠੀਕ ਹੈ। ਜਾਂ ਆਪਾਂ ਕਹਿ ਸਕਦੇ ਹਾਂ ਹੈਜ਼ਾਰਡਸ, ਖਤਰਨਾਕ। ਅੱਗੇ ਹੈਗਾ ਫॉर ईच वर्ड गिवन बिलो फाइंड अ वर्ड फ्रॉम द लेसन दैट साउंड्स द सेम। मतलब ਇੱਕੋ ਜੀ ਆਵਾਜ਼ ਨਿਕਲਦੀ ਹੈ, ਜਿਵੇਂ ਵੁੱਡ, ਵੁੱਡ, ਆਵਾਜ਼ ਇੱਕੋ ਜੀ ਹੈ। ਦੇਖੋ ਇਹਨਾਂ ਦੇ ਮਤਲਬ ਅਲੱਗ-ਅਲੱਗ ਨੇ। ਇਹ ਜਿਹੜੀ ਵੁੱਡ ਹੈਗੀ ਹੈ ਇਹਦਾ ਮਤਲਬ ਹੁੰਦੀ ਹੈ ਲੱਕੜ, ਇਹ ਵੁੱਡ ਸ਼ਾਇਦ। ਟੂ, ਦੋ, ਇਹ ਟੂ ਮਤਲਬ ਜ਼ਿਆਦਾ ਜਦ ਗੱਲ ਕਰੇ। ਬੋਰਡ, ਬੋਰਡ, ਬੋਰਡ ਇਹ ਉਹ ਲੱਕੜ ਹੋਗੀ। ਬੋਰਡ ਦਾ ਮਤਲਬ ਤੁਸੀਂ ਜਦ ਬੋਰ ਹੋ ਜਾਂਦੇ ਹੋ, ਮਜ਼ਾ ਨਹੀਂ ਆਉਂਦਾ। ਸਾਈਟ, ਸਾਈਟ, ਇਹ ਸਾਈਟ ਕੋਈ ਥਾਂ ਹੋਗੀ, ਇਹ ਸਾਈਟ ਨਜ਼ਰ ਦੀ ਗੱਲ ਕੀਤੀ ਗਈ ਹੈ। ਨੋ, ਜਦ ਨਾ ਕਹਿ ਦਿੰਦੇ ਹੋ, ਨੋ ਯਾਨੀ ਪਤਾ ਲਗਾਣਾ, ਜਾਣਨਾ। ਹੁਣ ਇੱਥੇ ਜੇ ਤੁਸੀਂ ਧਿਆਨ ਨਾਲ ਦੇਖੋ, what did you notice, ਤੁਸੀਂ ਕੀ ਨੋਟਿਸ ਕੀਤਾ? ਇਹ ਜਿਹੜੇ ਪੇਅਰ ਆਫ ਵਰਡਸ ਹੈ ਆਵਾਜ਼ ਸੇਮ ਹੈ ਪਰ ਮਤਲਬ ਤਾਂ ਅਲੱਗ-ਅਲੱਗ ਹੈ ਨਾ। ਉਵੇਂ ਹੀ ਸਾਨੂੰ ਕਿਹਾ ਇਦਾਂ 5 ਪੇਅਰ ਹੋਰ ਲਿਖਦੇ ਨੇ, ਇਹਨਾਂ ਨੂੰ ਹੋਮੋਫੋਨਸ ਕਹਿੰਦੇ ਨੇ। ਮਤਲਬ ਅਲੱਗ-ਅਲੱਗ ਪਰ ਆਵਾਜ਼ ਇੱਕੋ ਜਿਹੀ ਆਉਂਦੀ ਹੈ। ਜਿਵੇਂ ਮੈਂ ਕਹਾਂ ਬਾਏ, ਬਾਏ, ਇਹ ਵਾਲਾ ਬਾਏ ਕਿਸੇ ਚੀਜ਼ ਦੁਆਰਾ ਜਿਹੜਾ ਕੀਤਾ ਗਿਆ, ਇਹ ਬਾਏ ਯਾਨੀ ਖਰੀਦਣਾ। ਉਵੇਂ ਹੀ ਜੇ ਤੁਸੀਂ ਦੇਖੋ ਸਨ, ਸਨ, ਆਵਾਜ਼ ਇੱਕੋ ਜਿਹੀ ਹੈ ਨਾ। ਤੁਸੀਂ ਮੈਨੂੰ ਹੋਰ ਐਗਜ਼ਾਮਪਲਸ ਜੇ ਦੇ ਸਕਦੇ ਹੋ ਵੀ ਦਿਓ। ਪ੍ਰੇ, ਪ੍ਰਾਰਥਨਾ ਕਰਨੀ, ਇਹ ਪ੍ਰੇ ਜਿਹੜਾ ਹੁੰਦਾ ਉਹ ਜਦ ਆਪਾਂ ਕਿਸੇ ਤੇ ਹਮਲਾ ਕਰਦੇ ਹੋ। ਇਹ ਮੇਲ ਆਦਮੀ, ਇਹ ਮੇਲ ਜਦ ਆਪਾਂ ਚਿੱਠੀ ਪਾਉਂਦੇ। 8, 8, 8 ਖਾਦਾ। ਉਵੇਂ ਜੇ ਹੋਰ ਲਿਖਣਾ ਹੈ ਤਾਂ ਹੇਅਰ, ਹੇਅਰ ਖਰਗੋਸ਼, ਇਹ ਬਾਲ, ਇਹ ਹੇਅਰ। ਰਾਈਟ ਲਿਖਣਾ, ਰਾਈਟ ਜੋ ਸਹੀ ਚੀਜ਼ ਹੈ ਨਾ। ਜਾਂ ਤੁਸੀਂ ਕਹਿ ਸਕਦੇ ਹੋ ਐਂਟ, ਚੀਂਟੀ, ਐਂਟ, ਆਂਟੀ। 1 ਜਿਤਨਾ, ONE, 1, 1 ਹੁੰਦਾ। ਹੋਰ ਐਗਜ਼ਾਮਪਲ ਦਈਏ ਤਾਂ ਆਪਾਂ ਕਹਿ ਸਕਦੇ ਹਾਂ ਬੀਨ, ਜਿਹੜੀ ਮਟਰ ਆਪਾਂ ਕਹਿ ਸਕਦੇ ਹਾਂ। ਜਾਂ ਤੁਸੀਂ ਲਿਖ ਸਕਦੇ ਹੋ ਬੀਨ, ਮੈਂ ਉੱਥੇ ਜਾ ਕੇ ਆਇਆ, ਠੀਕ ਹੈ। ਬੋਰਡ, ਜਦ ਤੁਸੀਂ ਬੋਰ ਹੋ ਜਾਂਦੇ ਹੋ, ਬੋਰਡ ਜਿਹਦੇ ਤੇ ਆਪਾਂ ਲਿਖਦੇ ਹਾਂ। ਹੋਰ 5-6 ਐਗਜ਼ਾਮਪਲਸ ਮੈਨੂੰ ਜ਼ਰੂਰ ਦਿਓ ਜੋ ਤੁਹਾਨੂੰ ਲੱਗਦਾ ਵੀ ਹਾਂ ਇਹਦੇ ਵਿੱਚ ਆ ਸਕਦੇ ਨੇ। ਅੱਗੇ ਚੱਲਦੇ ਹਾਂ। ਚੂਜ਼ ਦ ਕਰੈਕਟ ਵਰਡ ਫॉर ईच।
give me their, ਉਹਨਾਂ ਦਾ। ਦੇਖੋ ਇਹ देयर ਹੁੰਦੀ ਹੈ ਥਾਂ ਦੀ, ਜਦ ਗੱਲ ਕੀਤੀ ਜਾਏ ਤਾਂ ਇਹ ਵਾਲਾ देयर ਹੁੰਦਾ ਹੈ, ਜਦ ਉਹਨਾਂ ਲੋਕਾਂ ਦੀ ਗੱਲ ਕੀਤੀ ਜਾਏ ਤਾਂ THEIR, ਇਹ ਵਾਲੇ ਸਪੈਲਿੰਗ ਆਉਂਦੇ ਨੇ। ਬੱਚੇ ਅਕਸਰ ਇਹਦੇ ਵਿੱਚ ਗਲਤੀ ਕਰਦੇ ਨੇ, ਤੁਸੀਂ ਨਾ ਕਰਿਓ। ਉਹਨਾਂ ਦਾ ਪਤਾ ਦੇ ਦਿਓ। he caught the ball, ਇਹ caught ਹੁੰਦਾ ਜਿਹਦੇ ਵਿੱਚ ਬੱਚਾ ਸੌਂਦਾ ਹੈ, ਇਹ caught ਫੜ ਲਈ। we see with our eyes, ਇਹ see ਸਮੁੰਦਰ ਹੁੰਦਾ ਹੈ। I have only one pen, ਮੇਰੇ ਕੋਲ ਸਿਰਫ ਇੱਕ ਪੈਨ ਹੈ। please give me some ਸ਼ੂਗਰ, ਕਿਰਪਾ ਕਰਕੇ ਮੈਨੂੰ ਥੋੜੀ ਚੀਨੀ ਦੇ ਦਿਓ। ਇਹ ਸਮ ਹੁੰਦਾ ਜਦ ਆਪਾਂ ਐਡ ਕਰਦੇ ਹਾਂ ਕੁਝ ਹੋਰ। ਲਰਨਿੰਗ ਟੂ ਰੀਡ ਐਂਡ ਕੰਪਰੀਹੈਂਡ, ਆਨਸਰ ਦ ਫੋਲੋਇੰਗ ਕੁਐਸਚਨਸ। ਪਹਿਲਾ ਸਵਾਲ ਹੈਗਾ ਵੇਅਰ ਡਿਡ ਰੋਜ਼ੀ ਗੋ, ਰੋਜ਼ੀ ਕਿੱਥੇ ਗਈ ਸੀ? ਰੋਜ਼ੀ went to meet her aunt Tina in Scotland, ਉਹ ਆਪਣੀ ਆਂਟੀ ਟੀਨਾ ਨੂੰ ਮਿਲਣ ਗਈ ਸੀ ਸਕਾਟਲੈਂਡ ਵਿੱਚ। What is Loch Ness? Loch Ness is a deep and dangerous lake. Loch Ness ਇੱਕ ਡੂੰਗੀ ਖਤਰਨਾਕ ਝੀਲ ਹੈਗੀ ਹੈ। Where did Rosie go when she felt bored? ਜਦੋਂ बोर हो गई सी ਤਾਂ रोजी किथे गई सी? Rosie went down to the lake when she felt bored, ਉਹ ਝੀਲ ਕੋਲ ਗਈ ਸੀ। What did Rosie want to do at the lake? ਉਹ ਝੀਲ ਤੇ ਕੀ ਕਰਨਾ ਚਾਹੁੰਦੀ ਸੀ? She wanted to throw stones into the water and enjoy the scene of ripples. ਝੀਲ ਵਿੱਚ ਜਿਹੜੀ ਪੱਥਰ ਸਿੱਟਣ ਤੇ ਲਹਿਰਾਂ ਬਣਦੀਆਂ ਨੇ ਉਹਨਾਂ ਨੂੰ ਦੇਖ ਕੇ ਆਨੰਦ ਲੈਣਾ ਚਾਹੁੰਦੀ ਸੀ। Who did Rosie find in the lake? Rosie ਨੂੰ ਲੇਕ ਤੇ ਕੌਣ ਮਿਲਿਆ ਲੇਕ ਦੇ ਵਿੱਚ? ਇਨ ਯਾਨੀ ਅੰਦਰ। She found Nessie, a huge creature in the lake. ਉਹਨੂੰ Nessie ਮਿਲਿਆ ਝੀਲ ਦੇ ਵਿੱਚ ਇੱਕ ਵਿਸ਼ਾਲ ਜੀਵ ਸੀ। It had pointed spikes on its back, ਤੇ ਉਹਦੀ ਪਿੱਠ ਤੇ ਏਦਾਂ ਕਰਕੇ ਸਪਾਈਕ ਸੀਗੇ ਤਿੱਖੇ ਤਿੱਖੇ। State true or false, ਸਹੀ ਜਾਂ ਗਲਤ ਦੱਸਣਾ। ਪਹਿਲਾ, Rosie went to visit her aunt Tina in Scotland, ਉਹ ਆਪਣੀ ਆਂਟੀ ਟੀਨਾ ਨੂੰ ਮਿਲਣ ਸਕਾਟਲੈਂਡ ਗਈ ਸੀ। True. Aunt Tina told her to go out and throw stones into the lake. ਆਂਟੀ ਨੇ ਕਿਹਾ ਸੀ ਵੀ ਜਾ ਕੇ ਪੱਥਰ ਸਿੱਟ ਕੇ ਆ ਲੇਕ ਦੇ ਵਿੱਚ। False. Rosie met Nessie who wanted to eat her. Rosie Nessie ਨੂੰ ਮਿਲੀ ਤੇ Nessie ਉਹਨੂੰ ਖਾਣਾ ਚਾਹੁੰਦਾ ਸੀ। False. Nessie was a herbivore. ਉਹ ਸ਼ਾਕਾਹਾਰੀ ਸੀ। True. Rosie went around the lake on Nessie's back. Rosie Nessie ਦੀ ਪਿੱਠ ਤੇ ਝੀਲ ਦੁਆਰਾ ਉਹਨੇ ਚੱਕਰ ਕੱਟਿਆ। True. ਅੱਗੇ ਸਹੀ ਆਪਸ਼ਨ ਚੂਜ਼ ਕਰਨਾ ਹੈ। ਪਹਿਲਾ ਹੈਗਾ ਸਕਾਟਲੈਂਡ ਇਜ਼ ਇਨ ਦ ਡੈਸ਼ ਆਫ ਯੂਨਾਈਟਿਡ ਕਿੰਗਡਮ, ਯੂਕੇ ਦੇਸ਼ ਦੇ ਉੱਤਰੀ ਭਾਗ ਦੇ ਵਿੱਚ ਹੈ, ਉੱਤਰ ਵਿੱਚ, ਨਾਰਥ ਦੇ ਵਿੱਚ ਸਕਾਟਲੈਂਡ ਹੈਗਾ। ਦ ਲੇਕ ਇਜ਼ ਡੀਪ ਐਂਡ ਡੇਂਜਰਸ, ਝੀਲ ਡੂੰਗੀ ਤੇ ਖਤਰਨਾਕ ਹੈ। ਰੋਜ਼ੀ ਗੈਦਰਡ ਸਮ ਸਟੋਨਸ ਬਿਕॉज ਸ਼ੀ ਵਾਂਟਡ ਟੂ ਥਰੋ them into the lake, ਉਹਨੇ ਕੁਝ ਪੱਥਰ ਇਕੱਠੇ ਕੀਤੇ ਕਿਉਂਕਿ ਉਹ ਉਹਨਾਂ ਨੂੰ ਪਾਣੀ ਵਿੱਚ ਸਿੱਟਣਾ ਚਾਹੁੰਦੀ ਸੀ। The stone made a splash sound when they touched the water. जब पानी विच गिरदे सी तां splash दी आवाज आंदी सी। Nessie was a dash creature. Nessie एक वड्डा विशाल huge creature सी। Nessie looked like a dinosaur. और dinosaur वर्गा लगदा सी। Nessie offered Rosie a ride on its neck. Nessie ने कहा रोजी नू भी मेरी पिठ ते बैठ के राइड कर लो। People called Nessie a monster because they did not know her. ਲੋਕ Nessie ਨੂੰ ਇੱਕ ਰਾਖਸ਼ ਕਹਿੰਦੇ ਸੀ ਕਿਉਂਕਿ ਉਹਨੂੰ ਐਕਚੁਅਲੀ ਜਾਣਦੇ ਨਹੀਂ ਸੀ। Rosie caught onto Nessie's strong horns. ਉਹ ਉਹਨਾਂ ਦੇ ਸਿੰਗਾਂ ਦੀ ਮਦਦ ਦੇ ਨਾਲ ਉਹਦੀ ਪਿੱਠ ਤੇ ਜਾ ਕੇ ਬੈਠ ਗਿਆ, to sit on her back. Rosie did not see Nessie's cave because her aunt was waiting for her. Rosie ਨੇ Nessie ਦੀ ਗੁਫਾ ਨਹੀਂ ਦੇਖੀ ਕਿਉਂਕਿ ਉਹਨੂੰ ਲੱਗ ਰਿਹਾ ਸੀ ਲੇਟ ਹੋ ਰਿਹਾ ਤੇ ਉਹਦੀ ਆਂਟੀ ਉਹਦੀ ਵੇਟ ਕਰ ਰਹੀ ਹੋਏਗੀ। ਅੱਗੇ ਹੈਗਾ ਲਰਨਿੰਗ ਲੈਂਗੁਏਜ, ਪਾਸਟ ਟੈਂਸ ਸਿੱਖਾਂਗੇ। ਪਾਸਟ ਯਾਨੀ ਭੂਤਕਾਲ। ਲੁੱਕ ਐਟ ਦ ਫੋਲੋਇੰਗ ਪੈਸੇਜ ਫਰਮ ਦ ਸਟੋਰੀ, ਇਹ ਪੈਸੇਜ ਪੜ੍ਹਦੇ ਹਾਂ। ਪਾਸਟ ਯਾਨੀ ਉਹ ਕੰਮ ਹੋ ਚੁੱਕਿਆ। Nessie started the journey through the lake. Nessie ਨੇ ਝੀਲ ਵਿੱਚ ਆਪਣੀ ਯਾਤਰਾ ਸ਼ੁਰੂ ਕੀਤੀ। Started ਯਾਨੀ ਪਹਿਲਾਂ ਦੀ ਗੱਲ ਹੈ। Start ਯਾਨੀ ਹੁਣ ਕਰਨਾ। Soon they were, ਪਹਿਲਾਂ ਦੀ ਗੱਲ ਕੀਤੀ ਗਈ ਹੈ। Swimming all around the lake, ਜਲਦ ਹੀ ਉਹ ਲੇਕ ਦੇ ਆਲੇ ਦੁਆਲੇ ਘੁੰਮ ਰਹੇ ਸੀ। Rosie caught hold of Nessie tightly. Rosie ने बड़ी जकड़ के Nessie ਨੂੰ ਫੜ ਲਿਆ ਸੀ tightly. Nessie went in and out of the water. Nessie ਪਾਣੀ ਵਿੱਚ ਕਦੀ ਅੰਦਰ ਜਾ ਰਿਹਾ ਸੀ, ਬਾਹਰ ਨਿਕਲ ਰਿਹਾ ਸੀ। Whoosh said Nessie as it went into the water. ਜਦ ਪਾਣੀ ਅੰਦਰ ਜਾਂਦਾ ਸੀ whoosh ਕਹਿੰਦਾ ਸੀ, wee as it came out, ਤੇ ਜਦ ਬਾਹਰ ਆਉਂਦਾ ਸੀ wee ਕਹਿੰਦਾ ਹੋਇਆ ਆਉਂਦਾ ਸੀ। Rosie was also enjoying it. Rosie ਨੂੰ ਵੀ ਮਜ਼ਾ ਆ ਰਿਹਾ ਸੀ। She said, ਉਹਨੇ ਕਿਹਾ, it is fun. ਹੁਣ ਇਹਦੇ ਵਿੱਚ what do you see, ਇਹਦੇ ਵਿੱਚ ਆਪਾਂ ਇਹ ਦੇਖਿਆ have the action words ਜਾਂ verbs such as started, caught, went been used in their first form. ਹੁਣ ਇਹ ਫਰਸਟ ਫਾਰਮ ਦੇ ਵਿੱਚ ਤਾਂ ਹੈ ਨਹੀਂ, ਜਿਵੇਂ ਮੈਂ ਤੁਹਾਨੂੰ ਲਾਸਟ ਕਲਾਸ ਵਿੱਚ ਦੱਸਿਆ ਸੀ। ਫਰਸਟ ਫਾਰਮ ਜਿਹੜੀ ਹੁੰਦੀ ਹੈ ਵਰਬ ਦੀ ਉਹ ਹੁੰਦੀ ਹੈ ਪ੍ਰੈਜ਼ੈਂਟ ਫਾਰਮ ਦੇ ਵਿੱਚ।
ਸੈਕਿੰਡ ਫਾਰਮ ਆਫ ਵਰਬ ਉਹਨੂੰ ਪਾਸਟ ਫਾਰਮ ਕਿਹਾ ਜਾਂਦਾ ਹੈਗਾ ਤੇ ਤੀਜੀ ਫਾਰਮ ਜਿਹੜੀ ਹੈ ਬਾਅਦ ਚ ਯੂਜ਼ ਕਰਾਂਗੇ ਉਹ ਹੁੰਦੀ ਹੈ ਪਾਸਟ ਪਾਰਟਿਸਿਪਲ। ਜਿਵੇਂ ਮੈਂ ਤੁਹਾਨੂੰ ਐਗਜ਼ਾਮਪਲ ਦਿੱਤਾ ਸੀ, ਕੁਝ ਵਰਡਸ ਜਿਹੜੇ ਨੇ ਤਿੰਨੋਂ ਫਾਰਮਸ ਦੇ ਵਿੱਚ ਸੇਮ ਰਹਿੰਦੇ ਨੇ, ਪਰ ਕੁਝ ਵਰਡਸ ਜਿਹੜੇ ਨੇ ਚੇਂਜ ਹੋ ਜਾਂਦੇ ਨੇ, ਜਿਵੇਂ ਗਰੋ ਇਹ ਹੋ ਜਾਏਗਾ ਗ੍ਰਿਊ ਤੇ ਇਹ ਹੋ ਜਾਏਗਾ ਗਰੋਨ। ਇਦਾਂ ਕਰਕੇ ਤੁਹਾਨੂੰ ਟੇਬਲ ਮਿਲ ਜਾਏਗਾ, ਠੀਕ ਹੈ। ਹੋਲਡ, ਹੈਲਡ, ਹੈਲਡ, ਇਹ ਤਿੰਨ ਫਾਰਮਸ ਹੁੰਦੀਆਂ ਨੇ। ਪਾਸਟ ਫਾਰਮ ਪਾਸਟ ਟੈਂਸ ਦੇ ਵਿੱਚ ਇਹ ਵਾਲੀ ਸੈਕਿੰਡ ਫਾਰਮ ਆਫ ਵਰਬ ਲੱਗਦੀ ਹੈ, ਇਹ ਗੱਲ ਯਾਦ ਰੱਖਿਓ। ਜ਼ਿਆਦਾਤਰ ਇਸ ਫਾਰਮ ਦੇ ਵਿੱਚ ਪਿੱਛੇ ਈਡੀ ਲੱਗ ਜਾਂਦਾ ਹੈ, ਜ਼ਿਆਦਾਤਰ ਕਹਿ ਰਹੀ ਹਾਂ, ਪਰ ਹਮੇਸ਼ਾ ਨਹੀਂ। ਜਿਵੇਂ ਮੈਂ ਕਹਾਂ ਈਟ, ਈਟ ਦਾ ਇਟਡ ਨਹੀਂ ਹੋ ਜਾਏਗਾ, ਏਟ ਹੋ ਜਾਏਗਾ ਇਸ ਫਾਰਮ ਦੇ ਵਿੱਚ, ਤੇ ਇੱਥੇ ਆ ਜਾਏਗਾ ਈਟਨ। ਇਹ ਟੇਬਲ ਯਾਦ ਕਰਨਾ ਪਏਗਾ। ਇੱਥੇ ਉਹਨਾਂ ਨੇ ਇਹੀ ਕਿਹਾ ਵੀ ਨਹੀਂ ਇਹ ਫਰਸਟ ਫਾਰਮ ਨਹੀਂ ਹੈ, ਇਹ ਪਾਸਟ ਦੇ ਵਿੱਚ ਐਕਸ਼ਨ ਹੋਏ ਨੇ, ਇਹਨੂੰ ਆਪਾਂ ਸੈਕਿੰਡ ਫਾਰਮ ਆਫ ਵਰਬ ਯੂਜ਼ ਕਰਾਂਗੇ, ਜਿਹੜੀ ਆਪਾਂ ਇੱਥੇ ਪੜ੍ਹੀ ਹੈਗੀ ਹੈ। ਉਹ ਉਸ ਹਿਸਾਬ ਨਾਲ ਇਸ ਐਕਟੀਵਿਟੀ ਨੂੰ ਪੂਰਾ ਕਰਨਾ ਹੈ। ਜਿਵੇਂ once an elephant live ਨਹੀਂ lived, ਪਹਿਲਾਂ ਦੀ ਗੱਲ ਹੈ, ਪਿੱਛੇ ਈਡੀ ਆ ਗਿਆ। in a village, ਇੱਕ ਹਾਥੀ ਇੱਕ ਪਿੰਡ ਵਿੱਚ ਰਹਿੰਦਾ ਸੀ। he became friends with a tailor, ਉਹ ਇੱਕ ਕੱਪੜੇ ਸਿਲਣ ਵਾਲੇ ਦਾ ਦੋਸਤ ਬਣ ਗਿਆ ਸੀ, ਮਿੱਤਰ ਬਣ ਗਿਆ ਸੀ, ਦਰਜੀ ਦਾ। became, become ਨਹੀਂ became। the elephant used to go to a river for a bath, ਉਹ ਨਦੀ ਕੋਲ ਜਾਂਦਾ ਸੀ ਨਹਾਉਣ ਲਈ, go। after drinking water and taking a bath, it passed by a tailor's shop and the tailor gave it something to eat। ਨਹਾਉਣ ਤੋਂ ਬਾਅਦ ਜਦੋਂ ਵਾਪਸ ਆਉਂਦਾ ਸੀ ਤਾਂ ਉਹ ਇਸ ਰਸਤੇ ਤੋਂ ਜਾਂਦਾ ਸੀ ਜਿੱਥੇ ਦਰਜੀ ਦੀ ਦੁਕਾਨ ਸੀ ਤੇ ਦਰਜੀ ਉਹਨੂੰ ਖਾਣ ਨੂੰ ਕੁਝ ਦਿੰਦਾ ਸੀ, ਠੀਕ ਹੈ। ਸਾਰਾ ਪਾਸਟ ਟੈਂਸ ਦੇ ਵਿੱਚ ਹੈਗਾ। one day the tailor was in an angry mood, ਇੱਕ ਵਾਰ ਦਰਜੀ ਗੁੱਸੇ ਵਿੱਚ ਸੀ, was ਆਏਗਾ। be ਦੀ ਜਿਹੜੀ ਫਾਰਮ ਹੈਗੀ ਉਹ was ਦੇ ਵਿੱਚ ਆ ਜਾਂਦੀ ਹੈ, ਯਾਦ ਰੱਖਿਓ। the elephant came that day as usual, ਤੇ ਆਮ ਦਿਨਾਂ ਵਾਂਗ ਉਦਨ ਹਾਥੀ ਆਇਆ। the tailor pricked the elephant's trunk with its needle, ਤੇ ਜਿਹੜਾ ਦਰਜੀ ਸੀ ਉਹ, ਕਿਉਂਕਿ ਮੈਂ ਤੁਹਾਨੂੰ ਦੱਸਿਆ ਗੁੱਸੇ ਦੇ ਵਿੱਚ ਸੀ, ਤੇ ਉਹਨੇ ਪ੍ਰਿਕ ਕਰ ਦਿੱਤਾ। ਪ੍ਰਿਕ ਕਰਨ ਦਾ ਮਤਲਬ ਉਹਦੇ ਹੱਥ ਦੇ ਵਿੱਚ ਨਾ ਉਹ ਸੀ ਸਿਲਾਈ ਕਰਨ ਵਾਲੀ ਜਿਹੜੀ ਸੂਈ ਹੁੰਦੀ ਹੈ, ਤੇ ਉਹਨੇ ਉਹਦੀ ਸੁੰਡ ਦੇ ਵਿੱਚ ਇੱਕ ਛੋਟਾ ਜਿਹਾ ਮਤਲਬ ਉਹਨੂੰ ਮਤਲਬ ਮਾਰਿਆ, ਉਹ ਪਿੰਨ ਦੇ ਨਾਲ ਮਾਰਿਆ। the elephant felt the pain, ਸੂਈ ਮਾਰੀ ਤਾਂ ਉਹਨੂੰ ਦਰਦ ਹੋਇਆ, fell ਨਹੀਂ felt, past tense। he made up his mind to teach ਇੱਥੇ ਆਏਗਾ the tailor a lesson, ਉਹਨੇ ਦਿਮਾਗ ਸੋਚ ਲਿਆ ਵੀ ਇਹਨੂੰ ਤਾਂ ਸਬਕ ਸਿਖਾਣਾ ਹੈ। he go ਨਹੀਂ he went to the river, ਉਹ ਨਦੀ ਤੇ ਗਿਆ। had his bath and then filled up its trunk with muddy water, ਨਹਾਇਆ ਉੱਥੇ ਨਦੀ ਤੇ ਜਾ ਕੇ, ਫਿਰ ਉਸ ਤੋਂ ਬਾਅਦ ਮਿੱਟੀ ਵਾਲੇ ਪਾਣੀ ਦੇ ਨਾਲ ਆਪਣੀ ਸੁੰਡ ਜਿਹੜੀ ਹੈ ਭਰ ਲਈ। ਈਡੀ ਆ ਗਿਆ ਨਾ। he stopped at the tailor shop and threw the muddy water on the clothes in the shop, ਉੱਥੇ ਦਰਜੀ ਦੀ ਦੁਕਾਨ ਤੇ ਰੁਕਿਆ ਫਿਰ, ਤੇ ਮਿੱਟੀ ਵਾਲਾ ਜਿਹੜਾ ਪਾਣੀ ਸੀ ਉਹਨੇ ਦਰਜੀ ਦੀ ਦੁਕਾਨ ਤੇ ਸਿੱਟਿਆ ਜਿੱਥੇ ਪੈਸੇ ਕਹਿ ਰਹੀ ਹੈ ਕੱਪੜੇ ਟੰਗੇ ਹੋਏ ਸੀ। threw past tense, stopped past tense। the clothes were spoiled, ਕੱਪੜੇ ਖਰਾਬ ਹੋ ਗਏ, ਪਿੱਛੇ ਈਡੀ ਲੱਗ ਗਿਆ, with mud, ਮਿੱਟੀ ਨਾਲ। he felt sad for his misdeed, ਤੇ ਉਹਨੂੰ ਫਿਰ ਆਪਣੀ ਗਲਤ ਜਿਹੜਾ ਕੰਮ ਕੀਤਾ ਸੀ ਉਹਦੇ ਲਈ ਦੁੱਖ ਹੋਇਆ। but it was too late, ਹੁਣ ਤਾਂ ਬਹੁਤ ਦੇਰ ਹੋ ਚੁੱਕੀ ਸੀ ਕਿਉਂਕਿ ਉਹ ਕੰਮ ਕਰ ਚੁੱਕਿਆ ਸੀ। ਹੁਣ ਆਪਾਂ ਕਦ ਯੂਜ਼ ਕਰਦੇ ਹਾਂ past tense? ਦੇਖੋ past tense ਇੰਗਲਿਸ਼ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ to talk about the past, ਜਦ ਆਪਾਂ ਕੋਈ ਪੁਰਾਣੀ ਗੱਲ ਕਰ ਰਹੇ ਹੁੰਦੇ ਹਾਂ। for politeness, ਜਦ ਆਪਾਂ ਨਿਮਰਤਾ ਨਾਲ ਗੱਲ ਕਰਦੇ ਹਾਂ ਤਾਂ ਵੀ past tense ਯੂਜ਼ ਕਰਦੇ ਹਾਂ। there are 4 past tense forms, ਦੇਖੋ past tense ਦੀਆਂ 4 forms ਹੁੰਦੀਆਂ ਨੇ। past simple, ਜਿਵੇਂ ਪਹਿਲਾ ਹੈਗਾ ਉਹਦੇ ਵਿੱਚ simple past tense, ਪਿੱਛੇ ed ਲੱਗ ਜਾਂਦਾ ਹੈ, I worked। ਉਸ ਤੋਂ ਬਾਅਦ to talk about the past, ਇਹ past ਦੇ ਵਿੱਚ ਗੱਲ ਕੀਤੀ ਜਾਏ ਵੀ ਜੋ past ਦੇ ਵਿੱਚ ਹੋਇਆ। ਰਾਮ lived in ਮੁੰਬਈ, ਉਹ ਕਦੇ ਰਹਿੰਦਾ ਸੀ ਮੁੰਬਈ ਦੇ ਵਿੱਚ। ਸੀਮਾ worked in a bank, ਉਹ ਪਹਿਲਾਂ ਕੰਮ ਕਰਦੀ ਸੀ ਬੈਂਕ ਦੇ ਵਿੱਚ। the elephant felt the pain, ਹਾਥੀ ਨੂੰ ਦਰਦ ਮਹਿਸੂਸ ਹੋਇਆ। past ਦੇ ਵਿੱਚ ਗੱਲ ਕੀਤੀ ਗਈ ਹੈ। ਵੈਸੇ ਦੱਸਿਆ ਗਿਆ ਵੀ ਜਿਹੜੇ 4 ਟਾਈਪਸ ਹੁੰਦੀਆਂ ਨੇ, ਆਪਾਂ ਅਜੇ ਪਹਿਲੀ ਟਾਈਪ ਪੜ੍ਹ ਰਹੇ ਹਾਂ ਉਹਦੀ ਸਿੰਪਲ ਪਾਸਟ ਟੈਂਸ। ਕਿੱਥੇ ਯੂਜ਼ ਹੁੰਦਾ ਹੈ? ਪਾਸਟ ਦੀ ਗੱਲ ਕਰਨ ਲਈ, ਜਾਂ to talk about the present in a few polite expression। ਹੁਣ ਜਦ ਆਪਾਂ ਨਿਮਰਤਾ ਨਾਲ ਗੱਲ ਕਰਦੇ ਹਾਂ, ਜਿਵੇਂ I would like some tea please, ਮੈਂ ਚਾਹਾਂਗੀ ਮੈਨੂੰ ਚਾਹ ਦਿਓ। would। could you please shut the door, ਕੀ ਤੁਸੀਂ ਦਰਵਾਜ਼ਾ ਬੰਦ ਕਰ ਦੋਗੇ? past tense। I hoped, ed ਆ ਗਿਆ past tense, that you would help me, ਮੈਂ ਉਮੀਦ ਕੀਤੀ ਸੀ ਕਿ ਤੁਸੀਂ ਮੇਰੀ ਮਦਦ ਕਰੋਗੇ। ਹੁਣ ਇੱਥੇ ਕਿਹਾ ਗਿਆ given below are some newspaper headlines, newspaper ਦੀ headlines ਹੈਗੀਆਂ ਨੇ।
change them into simple past tense ਦੇ ਵਿੱਚ change ਕਰਨਾ ਹੈ। ਜਿਵੇਂ ਪਹਿਲਾ sentence ਹੈਗਾ a strong earthquake jolts ਉੱਤਰਾਖੰਡ ਦੇ ਵਿੱਚ ਭੂਚਾਲ ਤੇਜ਼ ਤਰੀਕ ਮਤਲਬ ਇੱਕ ਆਇਆ ਤੇ ਉਹਨੇ ਤੇਜ਼ ਝਟਕੇ ਦਿੱਤੇ ਤੇ ਇੱਥੇ ਮੈਂ ਲਿਖਿਆ strong earthquake jolted ਉੱਤਰਾਖੰਡ। ਦੂਜਾ ਅਮਿਤਾਭ ਬੱਚਨ wins the best actor filmfare award, ਅਮਿਤਾਭ ਬੱਚਨ filmfare award ਜਿੱਤਦੇ ਨੇ, wins ਦੀ ਥਾਂ ਤੇ won ਆ ਜਾਏਗਾ past tense ਦੇ ਵਿੱਚ। इंडिया outplays वेस्ट इंडीज इन क्रिकेट, यानी इंडिया ने आउटप्ले करता है मतलब ਉਹਨੂੰ ਹਰਾ ਦਿੰਦਾ ਵੈਸਟ ਇੰਡੀਜ਼ ਨੂੰ ਕ੍ਰਿਕਟ ਦੇ ਵਿੱਚ। ਇੰਡੀਆ ਆਊਟਪਲੇਡ ਆ ਜਾਏਗਾ, ਉਹਨੇ ਹਰਾਤਾ ਸੀ। ਸਲਮਾਨ ਅਲੀ ਵਿਨਸ ਦ ਇੰਡੀਅਨ ਆਈਡਲ, ਵਿਨਸ ਦੀ ਥਾਂ ਤੇ ਵਨ। ਬਚੇਂਦਰੀ ਪਾਲ ਬਿਕਮਸ, ਉਹ ਬਣੀ ਫਰਸਟ ਇੰਡੀਅਨ ਵੂਮਨ ਟੂ ਸਕੇਲ ਮਾਊਂਟ ਐਵਰੈਸਟ ਤੇ ਚੜ੍ਹਨ ਵਾਲੀ ਪਹਿਲੀ ਇੰਡੀਅਨ ਬਣੀ, ਬਿਕਮਸ ਦੀ ਥਾਂ ਤੇ ਬਿਕੇ। आगे एक्टिविटी दी हुई है रीड द फॉलोइंग पैसेज एंड आंसर द क्वेश्चंस दैट फॉलो। इन्हू पढ़ के सवालों के जवाब देने ने। द हिमालयाज आर द हाईएस्ट माउंटेन्स ऑन अर्थ, हिमालय धरती उत्ते सब तो उच्चे पहाड़ ने। द माउंटेन्स आर कवर्ड विद स्नो, ते वो बर्फ नाल ढके हुए ने। द हाईएस्ट पीक माउंट एवरेस्ट इज 8848 मीटर्स अबव द सी लैवल, जिहड़ी सब तो हाईएस्ट पीक हैगी है वो 8848 मीटर्स है सी लैवल की उचाई, मतलब सी लैवल इत्थे है तो वो इन्ने उच्चे ने 8848 मीटर्स। टेंजिंग नॉर्वे एंड एडमंड हिलरी वर द फर्स्ट टू पीपल टू सेट फुट ऑन माउंट एवरेस्ट, दो बंदे जिन्होंने सब तो पहला उत्थे उस पीक ते पहुंचे सी, उसी टेंजिंग नॉर्वे ते एडमंड हिलरी। Since then many people have successfully scaled the peak, उदों तो लेके हुण तक काफ़ी सारे लोग इस शिखर तक पहुंच चुके ने, चढ़ चुके ने। अवतार सिंह चीमा was the first Indian to reach Mount Everest, ते भारत विचों अवतार सिंह चीमा पहले भारती सी उत्थे पहुंचण वाले। Many climbers have also died while attempting to reach the peak, पर रस्ते विच बहुत सारिਆਂ ਦੀ मौत भी होगी जो इत्थे चढ़ना चाहते सी, क्योंकि उत्ते ऑक्सीजन बहुत घट हुंदी है ना। Some climbers have reported that they have seen large human-like footprints in the snow, ਤੇ ਕਈ ਇਹ ਵੀ ਦਾਵਾ ਕਰਦੇ ਨੇ ਵੀ ਉਹਨਾਂ ਨੇ ਦੱਸਿਆ ਵੀ ਵੱਡੇ ਵੱਡੇ ਬਰਫ਼ ਦੇ ਵਿੱਚ ਮਨੁੱਖੀ ਪੈਰਾਂ ਦੇ ਨਿਸ਼ਾਨ ਉਹਨਾਂ ਨੇ ਦੇਖੇ ਨੇ। There is a myth that a snowman called Yeti lives there, ਤੇ ਇੱਥੇ ਇੱਕ ਮਿਥ ਹੈਗੀ ਹੈ, ਇੱਕ ਗੱਲ ਕਹੀ ਜਾਂਦੀ ਹੈ ਵੀ ਇੱਕ ਸਨੋਮੈਨ ਹੈਗਾ ਬਰਫ਼ ਵਿੱਚ ਰਹਿਣ ਵਾਲਾ ਇਨਸਾਨ ਯੇਤੀ ਜੋ ਇੱਥੇ ਰਹਿੰਦਾ ਹੈਗਾ। ਹੁਣ ਅੱਗੇ ਕੀ ਹੈ, ਨਾउ ਆਨਸਰ ਦ ਕੁਐਸਚਨ, ਸਵਾਲਾਂ ਦੇ ਜਵਾਬ ਦੇਣੇ ਨੇ। Which are the highest mountains in the world? The Himalayas are the highest mountains in the world. दुनिया में सब तो ऊंचे पहाड़ केड़े ने? ओ हिमालयास ने। What is the height of the highest peak in the world? दुनिया में सब तो ऊंची चोटी दी कितनी ऊंचाई हैगी है? It is 8848 meters above sea level, समुद्र दे पद्धर तो 8848 मीटर ऊंचाई हैगी है। Who were the first people to set foot on Mount Everest? Mount Everest से पैर रखने वाले पहले दो लोग कौन सी? They were Tenzing Norgay and Edmund Hillary. What was the name of the first Indian to scale Mount Everest? सब तो पहले भारतीय केड़े सी जिन्होंने Mount Everest ते कदम रखे? His name was Avtar Singh Cheema, उसी Avtar Singh Cheema। What is the name given to the snowman that some people believe lives there? की नाम दिता गया snowman दा? कुछ लोग मानते ने भी उत्थे रहंदा है। He is Yeti। Give meanings of the following words, इन्हां दे मतलब दसदे ने। जिवें पहला हैगा myth, an imaginary story, काल्पनिक कहानी। दूजा footprints, पैरां दे निशान, footmarks। climbers, people who go up, जो पहाड़ चढ़दे ने। अगे हैगा learning to listen, आपां देखांगे। match the following phrases with the right pictures and write them in the place given under the pictures, ये phrases दसियां गईयां ने। तस्वीरां हेठां सही पिक्चर जिहड़ी तस्वीर दे नाल मैच करके लिखना है। जिवें ये सिंबल है, ਇਹਦਾ मतलब है go down the road, सड़क तो हेठां जाण दी सिंबल है, थल्ले जाना पएगा। go straight ahead, सीधा जाओ। go past the toy shop, ਇਹਦਾ मतलब ये toy shop हैगी है, ਇਹਦੇ तो अगे लंघ जाओ। take the exit, मतलब इत्थों निकास, मतलब बाहर निकल जाओ। turn left, ਇਹਦਾ हैगा मतलब turn right। ठीक है, ये डायरेक्शंस जेडे ने टीचर्स भी थानू समझाणगे। अगे एक्टिविटी दी गई है, लिसन केयरफुली टू फोन मैसेजेस दैट वर देयर इन योर वॉइसमेल। दो फोन दे मैसेजेस आए ने, उन्होंने ध्यान नाल सुनो। योर टीचर विल रीड दैम ट्वाइस, उन्होंने टीचर दो बार पढ़ के थानू दसणगे। मैं दस दिंदी हां किहड़े फोन मैसेजेस ने। जिवें ए हैगा बुक दे अखीर विच दिते गए ने, कई बार फोन नहीं चुकिया जाता तो मैसेज आ जाता है ना। मैसेज नंबर 1, रिसीव टुडे एट 4:15 PM, अज जिहड़ा रिसीव होया 4:15 ते।
Hi, it's me Radha. Hello, मैं राधा बोल रही हूँ. How have you been? ਤੁਹਾਡਾ ਕੀ ਹਾਲ ਚਾਲ ਹੈ? First of all, thank you for the birthday message. ਸਭ ਤੋਂ ਪਹਿਲਾਂ ਤਾਂ ਤੁਹਾਡਾ ਧੰਨਵਾਦ ਜਨਮ ਦਿਨ ਦੇ ਸੁਨੇਹੇ ਲਈ. ਬਹੁਤ ਧੰਨਵਾਦ. That was so nice of you. ਤੁਸੀਂ ਬਹੁਤ ਮਿਹਰਬਾਨੀ ਕੀਤੀ. Thank you. I'm organizing a party for my birthday. मैं अपने जन्मदिन ਲਈ ਇੱਕ ਪਾਰਟੀ ਦਾ ਆਯੋਜਨ ਕਰ ਰਹੀ ਹਾਂ. I'm just calling my selected friends ਤੇ मैं अपने कुछ चुने हुए दोस्त बुला रही ਹਾਂ. So you have to be there ਤੇ ਤੁਸੀਂ ਵੀ ਉੱਥੇ ਆਣਾ ਹੈ. I am organizing it at my cousin's farmhouse which also has a swimming pool ਤੇ ਮੈਂ ਇਸ ਨੂੰ ਆਪਣੇ ਚਚੇਰੇ ਭਰਾ ਦੇ ਫਾਰਮ ਹਾਊਸ ਤੇ ਆਯੋਜਿਤ ਕੀਤਾ ਹੈ ਜਿਹਦੇ ਫਾਰਮ ਹਾਊਸ ਤੇ ਇੱਕ ਸਵਿਮਿੰਗ ਪੂਲ ਵੀ ਹੈ ਯਾਨੀ ਪਿੰਡ ਦੇ ਵਿੱਚ ਇੱਕ ਮਕਾਨ ਹੈਗਾ. I'd love to see you there ਤੇ ਤੁਹਾਨੂੰ ਉੱਥੇ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਏਗੀ. It's going to be this Friday. Party is Friday ਹੈਗੀ ਹੈ, ਸ਼ੁੱਕਰਵਾਰ ਹੈਗੀ ਹੈ. I'll send you the address and instructions on how to get there later. Okay? ਤੇ ਮੈਂ ਤੁਹਾਨੂੰ ਪਤਾ ਤੇ ਨਿਰਦੇਸ਼ ਦੇ ਦਾਂਗੀ ਵੀ ਉੱਥੇ ਕਿਵੇਂ ਪਹੁੰਚਣਾ ਤੇ ਬਾਅਦ ਦੇ ਵਿੱਚ ਸਾਰਾ ਕੁਝ ਦੱਸ ਵੀ ਦਾਂਗੀ. ਠੀਕ ਹੈ? ਦੂਜਾ ਮੈਸੇਜ, you have a new message. ਮੈਸੇਜ ਨੰਬਰ 2 ਜੋ 4:45 PM ਤੇ ਆਇਆ ਉਹਨੂੰ ਵੀ ਪੜ੍ਹ ਲੈਂਦੇ ਆ. Oh, I again have to send this message to your voicemail. ਓਹੋ ਮੈਨੂੰ ਫੇਰ ਇਹ ਸੁਨੇਹਾ ਦੁਬਾਰਾ ਤੁਹਾਡੇ ਵੌਇਸਮੇਲ ਤੇ ਭੇਜਣਾ ਪਏਗਾ ਕਿਉਂਕਿ ਤੁਸੀਂ ਫੋਨ ਨਹੀਂ ਨਾ ਚੱਕ ਸਕਦੇ. ਹੋ ਸਕਦਾ ਬੰਦਾ ਕਿਤੇ ਬਿਜ਼ੀ ਹੋਏ. ਓਕੇ. Here are the instructions to get to my cousin's farmhouse for the party. ਇੱਥੇ ਮੈਂ ਤੁਹਾਨੂੰ ਪਾਰਟੀ ਤੇ ਪਹੁੰਚਣ ਲਈ ਜਿਹੜੇ instructions ਨੇ ਉਹ ਦੱਸ ਰਹੀ ਹਾਂ, ਹਦਾਇਤਾਂ. If ਮਤਲਬ ਕਿਹੜਾ ਰਸਤਾ ਫੋਲੋ ਕਰਨਾ ਹੈ. If you take the car, ਜੇ ਤੁਸੀਂ ਕਾਰ ਚ ਆ ਰਹੇ ਹੋ, drive straight on Forest Road until you get to the National Highway 36. ਜਦ ਤੱਕ ਤੁਸੀਂ National Highway 36 ਤੇ ਨਹੀਂ ਪਹੁੰਚ ਜਾਂਦੇ ਤਦ ਤੱਕ ਇਹ Forest Road ਤੇ ਸਿੱਧਾ ਚੱਲਦੇ ਜਾਇਓ. Go straight for 3 kilometers till you reach Punjab National Bank on your right. ਉਸ ਤੋਂ ਬਾਅਦ ਵੀ ਸਿੱਧਾ ਚੱਲਦੇ ਰਹੋ. ਪੰਜਾਬ ਨੈਸ਼ਨਲ ਬੈਂਕ ਤੁਹਾਡੇ ਰਾਈਟ ਸਾਈਡ ਤੇ ਆ ਜਾਏਗਾ. 3 ਕਿਲੋਮੀਟਰ ਮਤਲਬ ਸਿੱਧਾ ਜਾਣਾ ਹੈ. ਫਿਰ ਪੰਜਾਬ ਨੈਸ਼ਨਲ ਬੈਂਕ ਆ ਜਾਏਗਾ ਰਾਈਟ ਤੇ. Drive past Punjab National Bank and take the third exit at the roundabout. ਪੰਜਾਬ ਨੈਸ਼ਨਲ ਬੈਂਕ ਤੋਂ ਵੀ ਅੱਗੇ ਨਿਕਲ ਜਾਓ, ਡਰਾਈਵ ਪਾਸਟ ਕਰ ਲਿਓ, ਫਿਰ ਚੌਂਕ ਆਏਗਾ ਜਿਵੇਂ ਇੱਥੇ ਜਾ ਰਹੇ ਹੋ. ਥਰਡ ਐਗਜ਼ਿਟ ਕਹਿਣ ਦਾ ਮਤਲਬ ਇਹ ਪਹਿਲਾ, ਇਹ ਦੂਜਾ, ਇਹ ਤੀਜਾ, ਜੇ ਇੱਥੋਂ ਤੁਸੀਂ ਆ ਰਹੇ ਹੋ. ਤੀਜਾ ਐਗਜ਼ਿਟ ਲੈ ਲਿਓ ਰਾਉਂਡ ਅਬਾਊਟ ਤੇ, ਗੋਲ ਚੱਕਰ ਤੇ. You drive down the road there and turn left. ਫਿਰ ਉਹ ਸੜਕ ਚੱਲਦੇ ਰਹੋ, ਫਿਰ ਲੈਫਟ ਮੁੜ ਜਿਓ. Is the first big farmhouse on the right. ਇੱਥੋਂ ਲੈਫਟ ਮੁੜ ਕੇ ਪਹਿਲਾ ਵੱਡਾ ਜਿਹੜਾ ਫਾਰਮ ਹਾਊਸ ਹੈ ਰਾਈਟ ਸਾਈਡ ਤੇ ਤੁਹਾਨੂੰ ਦਿਖਾਈ ਦੇ ਜਾਏਗਾ, ਪਹਿਲਾ ਹੀ ਹੈਗਾ. ਓਕੇ. the farm house ਨੰਬਰ ਕੀ ਹੈ? 52 BB. this is going to be so great. ਕਿੰਨਾ ਮਜ਼ਾ ਆਏਗਾ ਇੱਥੇ ਸਾਨੂੰ. ਠੀਕ ਹੈ. ਹੁਣ ਇੱਥੇ ਉਹਨਾਂ ਨੇ ਕਿਹਾ write the following sentences from the message in the correct group. ਗਰੁੱਪ ਦੇ ਵਿੱਚ ਲਿਖਣੇ ਨੇ ਵੀ ਪਹਿਲੇ ਮੈਸੇਜ ਤੋਂ ਇਹਨਾਂ ਵਿੱਚੋਂ ਕਿਹੜੇ ਸੈਂਟੈਂਸਸ ਨੇ ਤੇ ਦੂਜੇ ਵਿੱਚ ਕਿਹੜੇ ਨੇ. ਦੇਖੋ ਇਹਦਾ ਆਨਸਰ ਮੈਂ ਇੱਥੇ ਲਿਖਿਆ. ਪਹਿਲੇ ਮੈਸੇਜ ਤੋਂ ਜਿਹੜੇ ਸੈਂਟੈਂਸਸ ਨੇ ਉਹ ਇਹ ਹੈਗਾ the woman says thank you for the birthday message. ਬਰਥਡੇ ਮੈਸੇਜ ਲਈ ਧੰਨਵਾਦ ਕਰ ਰਹੀ ਹੈ. the woman talks about a swimming pool. ਪਹਿਲੇ ਮੈਸੇਜ ਵਿੱਚ ਗੱਲ ਹੋਈ ਹੈ. ਦੂਜੇ ਮੈਸੇਜ ਦੇ ਵਿੱਚ the message was at 4:45 ਯਾਨੀ 4:45 ਯਾਨੀ 4:45 ਤੇ ਆਇਆ ਸੀ. the woman describes the house. ਉਹ ਘਰ ਬਾਰੇ ਦੱਸ. the woman gives directions. ਉਹ directions ਵੀ ਦਿੰਦੀ ਹੈ. the woman talks about a bank. bank ਦੇ ਬਾਰੇ ਵੀ ਦੱਸਦੀ ਹੈ ਸਾਨੂੰ. ਉਹ ਸੈਕਿੰਡ ਮੈਸੇਜ ਵਿੱਚ ਹੈਗਾ. ਠੀਕ ਹੈ. ਮੈਂ ਉਮੀਦ ਕਰਦੀ ਹਾਂ ਤੁਹਾਨੂੰ ਪਤਾ ਲੱਗ ਗਿਆ ਹੋਏਗਾ. ਇਹ ਸੀਗੀ ਅੱਜ ਦੀ ਕਲਾਸ ਤੇ ਇਸ ਨਾਲ ਆਪਾਂ ਇਹ ਬੁੱਕ ਪੂਰੀ ਕਰ ਲਈ ਹੈ. ਜੇ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ. ਆਪਾਂ ਫਿਰ ਮਿਲਾਂਗੇ. ਟਿਲ ਦੈਨ ਟੇਕ ਕੇਅਰ. ਬਾਏ ਬਾਏ.